ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਨਾਵਲ ਸਤਵੰਤ ਕੌਰ ਦਾ 21ਵਾਂ ਕਾਂਡ। ਪੰਜਾਬ ਵਿੱਚ ਮਰਹੱਟਿਆਂ ਦਾ ਜ਼ੋਰ ਵੱਧ ਜਾਣ ਦੀਆਂ ਸੂਹਾਂ ਸੁਣ ਕੇ ਆਗਾ ਖਾਨ ਦੀ ਸਲਾਹ ਇਹ ਹੋ ਰਹੀ ਸੀ ਕਿ ਉੱਪਰ ਦੇ ਰਸਤੇ ਪੈ ਜਾਵੇ ਤੇ ਮਾਲਾ ਖਾਨ ਦੇ ਦਰਹੇ ਤੋਂ ਹਿੰਦੁਸਤਾਨ ਵਿੱਚ ਪ੍ਰਵੇਸ਼ ਕਰੇ ਤੇ ਸਿੱਧਾ ਦਰਬੰਦ ਜਾਂ ਪਿਦੁਰ ਦੇ ਪੱਤਨ ਕੋਲੋਂ ਅਟਕ ਨੂੰ ਪਾਰ ਕਰੇ। ਪਰ ਕਾਫਲੇ ਨੇ ਪਿਸ਼ੌਰ ਜਾਣਾ ਸੀ ਤੇ ਇਹ ਵੀ ਆਸਾਨ ਸੀ ਕਿ ਕਾਫਲੇ ਨੂੰ ਮਾਲਾਕਾਂਤ ਟੱਪ ਕੇ ਪਿਸ਼ੌਰ ਵੱਲ 4 ਸੱਦੇ ਤੇ ਰਸਤੇ ਪਹੁੰਚਾ ਦੇਵੇ। ਇਹ ਸਲਾਹਾਂ ਉਸਨੂੰ ਇਸ ਜੱਕੋ ਤੱਕੀ ਦੇ ਹਾਲਾਤ ਵਿੱਚ ਫੁਰ ਰਹੀਆਂ ਸਨ ਕਿ ਪਹਿਲੀ ਖਬਰ ਮਰਹੱਟਿਆਂ ਦੇ ਪਿਸ਼ੌਰ ਅੱਪੜ ਜਾਣ ਦੀ ਤੇ ਜਮਰੌਦ ਤੇ ਨਾਕਾ ਬੰਨਣ ਦੀ ਅਪੜੀ ਸੀ। ਸੋ ਕਾਫਲੇ ਨੂੰ ਹੋਤੀ ਪਹੁੰਚਾ ਕੇ ਆਪ ਉੱਪਰਲੇ ਪਤਨੋਂ ਅਰਥਾਤ ਅਟਕਦੇ ਪੱਤਨ ਤੋਂ ਉੱਤੇ ਅੰਮ੍ਰਿਤਸਰ ਵੱਲ ਨੱਸ ਜਾਣ ਦੀ ਠਾਣ ਰਿਹਾ ਸੀ। ਪਰ ਜੇ ਮਰਹੱਟੇ ਅਟਕਦੇ ਹੀ ਅਟਕੇ ਹੋਣ ਅਰ ਅੱਗੇ ਨਾ ਵਧੇ ਹੋਣ ਤਦ ਵੱਧ ਸਲਾਮਤੀ ਇਸ ਵਿੱਚ ਸੀ ਕਿ ਕਾਫਲਾ ਖੈਬਰ ਦੇ ਰਸਤੇ ਸਿੱਧਾ ਪਿਸ਼ੌਰ ਅੱਪੜੇ ਤੇ ਆਗਾ ਖਾਨ ਪਿਸ਼ੌਰ ਤੋਂ ਸ਼ਾਹਬਾਜ਼ ਗੜੇ ਦੇ ਰਸਤੇ ਉਸ ਰਸਤੇ ਜੋ ਬਹੁਤ ਪੁਰਾਣਾ ਹੈ ਅਰ ਜਿਸ ਰਸਤੇ ਪ੍ਰਸਿੱਧ ਚੀਨੀ ਮੁਸਾਫਿਰ ਲੰਘੇ ਸੈਂ ਤੇ ਜਿਸ ਪਰ ਰਾਜਾ ਅਸ਼ੋਕ ਦਾ ਕੁਤਬੇ ਦਾ ਪੱਥਰ ਹੁਣ ਤੱਕ ਪਿਆ ਹੈ ਲੰਘੇ ਤੇ ਦਰਿਆ ਸਿੰਧ ਤੋਂ ਪਾਰ ਹੋ ਜਾਵੇ। ਹਰ ਹਾਲ ਪਿਸ਼ੌਰੋਂ ਅੱਗੇ ਦਾ ਰਸਤਾ ਤਾਂ ਉਹ ਮਨ ਵਿੱਚ ਮਿੱਥ ਚੁੱਕਾ ਸੀ, ਪਰ ਪਿਸ਼ੌਰ ਅਪੜਨ ਬਾਬਤ ਵਿਚਾਰ ਫੁਰ ਰਹੇ ਸਨ ਕਿ ਸਿੱਧਾ ਜਾਏ ਕਿ ਉੱਪਰਲੇ ਰਸਤੇ ਜਾਏ। ਖੈਬਰ ਵੱਲ ਅਫਰੀਦੀਆਂ ਆਦਿਕ ਪਠਾਨ ਕੌਮਾਂ ਦਾ ਡਰ ਵੀ ਸੀ, ਪਰ ਹਸਨ ਖਾਨ ਦਾ ਜੋ ਸਿੱਕਾ ਉੱਥੇ ਸੀ ਉਸ ਕਰਕੇ ਤੌਖਲਾ ਘੱਟ ਸੀ। ਸੋ ਇੱਥੇ 2 ਕੁ ਦਿਨ ਠਹਿਰ ਕੇ ਸੂਈਏ ਅੱਗੇ ਘੱਲ ਕੇ ਸੂਹਾਂ ਕੱਢੀਆਂ ਤਾਂ ਪਤਾ ਲੱਗਾ ਕਿ ਚੁਨਕਾਰ ਰਾਓ ਮਰਹੱਟਾ ਸੈਨਾਪਤ ਅੜਕ ਦੇ ਕਿਲੇ ਵਿੱਚ ਹੀ ਨਾਕਾਬੰਦੀ ਕੀਤੀ ਬੈਠਾ ਹੈ ਤੇ ਖੈਬਰ ਤੋਂ ਲੈ ਕੇ ਖੈਰਾਬਾਦ ਤੱਕ ਮਰਹੱਟਿਆਂ ਦਾ ਕੋਈ ਵਸੀਕਾਰ ਹਜੇ ਨਹੀਂ ਬਣਿਆ। ਆਗਾ ਖਾਨ ਨੂੰ ਹੁਣ ਤਾਂਗ ਛੇਤੀ ਅਪੜਨ ਦੀ ਸੀ। ਕਾਫਲਾ ਪਹੁੰਚਾਉਣਾ ਸੀ, ਪਰ ਤਾਂਗ ਡਾਢੀ ਇਹੋ ਲੱਗ ਰਹੀ ਸੀ ਕਿ ਕਦ ਆਪਣੇ ਪਿਆਰੇ ਪਿਤਾ ਦੀ ਛਾਤੀ ਨਾਲ ਸਿਰ ਲਾ ਕੇ ਪਿਆਰ ਲਵੇ। ਸੂਹਾਂ ਦੇ ਆ ਜਾਣ ਤੇ ਉਸਨੇ ਖੈਬਰ ਦਾ ਰਸਤਾ ਹੀ ਠੀਕ ਜਾਤਾ ਤੇ ਪੱਟੀ ਕੋਟ ਪਹੁੰਚਾ। ਇੱਥੋਂ ਫਿਰ ਵਾਂਗਾ ਇੱਧਰ ਟੱਕੇ ਨੂੰ ਸਿੱਧੀਆਂ ਮੋੜ ਦਿੱਤੀਆਂ। ਜਸਵੰਤ ਤੇ ਸਾਈਂ ਜੀ ਨੂੰ ਮਿਲਣ ਗਿਲਣ ਵਾਸਤੇ ਆਗਾ ਖਾਨ ਦੀ ਆਵਾਜਾਈ ਉਹਨਾਂ ਦੇ ਡੇਰੇ ਹੁਣ ਕੁਛ ਵੱਧ ਗਈ ਤੇ ਕਾਫਲੇ ਵਿੱਚ ਕੁਛ ਕੰਨੋ ਸੰਨੀ ਗੱਲਬਾਤ ਵੀ ਹੋਣ ਲੱਗ ਪਈ ਕਿ ਸਾਡੇ ਔਗਣਵਾਨੀ ਸਰਦਾਰ ਜੀ ਇਹਨਾਂ ਸਿੱਖਾਂ ਨੂੰ ਬਹੁਤ ਮਿਲਦੇ ਹਨ। ਭਾਵੇਂ ਕਾਰਨ ਕੁਛ ਨਹੀਂ ਸੀ ਭਾਸਦਾ ਤੇ ਨਾ ਹੀ ਕੁਛ ਕੋਈ ਤੂਤ ਭੀਤੀ ਕੱਢ ਸਕਦਾ ਸੀ, ਪਰ ਜਗਤਾਰਸੀ ਵਿੱਚ ਵਧੇਰੇ ਮੇਲ-ਜੋਲ ਦਾ ਅਕਸ ਪ੍ਰਤੀਤ ਹੋਣ ਲੱਗ ਗਿਆ ਸੀ। ਅਫਗਾਨ ਸਵਾਰਾਂ ਦਾ ਦਸਤਾ ਜੋ ਆਗਾ ਦੀ ਮਾਤਹਿਤੀ ਵਿੱਚ ਸੀ ਉਹਨਾਂ ਦਾ ਖਿਆਲ ਆਇਆ ਤਾਂ ਸਹੀ, ਪਰ ਤੌਖਲਾ ਨਹੀਂ ਪਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਕਾਬਲ ਦੇ ਰਹਿਣ ਵਾਲੇ ਸਿੱਖ ਹਨ ਤੇ ਇਹਨਾਂ ਸਿੱਖਾਂ ਨੂੰ ਆਪਣੇ ਦੇਸ਼ ਦੇ ਵਪਾਰੀ ਸਮਝਦੇ ਹਨ ਜਿਨ੍ਹਾਂ ਬਿਨਾਂ ਉਹਨਾਂ ਦਾ ਲੈਣ ਦੇਣ ਵੰਡ ਵਿਹਾਰ ਵਪਾਰੀ ਸਮਾਨਾਂ ਦਾ ਝੱਟ ਨਹੀਂ ਸੀ ਲੰਘ ਸਕਦਾ। ਇਹਨਾਂ ਬਾਬਤ ਉਹਨਾਂ ਨੂੰ ਇਹ ਤੌਖਲਾ ਕਦੇ ਨਹੀਂ ਸੀ ਪੈਂਦਾ ਜੋ ਪੰਜਾਬ ਦੇ ਨਿਰਭੈ ਵਿਚਰਦੇ ਤੇ ਜੰਗ ਮਚਾਉਂਦੇ ਖਾਲਸੇ ਦਾ ਹਾਲ ਸੁਣ ਕੇ ਪੈਂਦਾ ਸੀ। ਸੋ ਸਫ਼ਰ ਤੈਅ ਹੁੰਦਾ ਰਿਹਾ ਤੇ ਕੋਈ ਘਟਨਾ ਕਲੇਸ਼ ਦੀ ਕਿਤੇ ਨਹੀਂ ਹੋਈ। ਆਗਾ ਖਾਨ ਦੀ ਸ਼ਹਿਜੋਰੀ ਉਸਦੀ ਜਵਾਨੀ ਸ਼ੇਰ ਸੂਰਤ ਤੇ ਸਿਪਾਹੀ ਰੌ ਦਾ ਦਿਲੀ ਉਛਾਲ ਉਹਨਾਂ ਨੂੰ ਭਾਰਿਆ ਸੀ ਤੇ ਆਪਣੇ ਸਰਦਾਰ ਦੀ ਮਗਰੂਰੀ ਦਿਲ ਵਿੱਚ ਬੜੇ ਰੰਗਾਂ ਨਾਲ ਹੁਕਮ ਮੰਨੀ ਚੱਲੇ ਜਾ ਰਹੇ ਸਨ। ਆਗਾ ਖਾਨ ਦੀ ਖੁਸ਼ੀ ਅਮੇਟ ਸੀ ਤੇ ਸਾਈਂ ਬੜੀ ਪ੍ਰਸੰਨ ਸੀ ਕਿ ਉਸਦੀ ਸਾਰੀ ਉਮਰ ਦੀ ਘਾਲ ਸਿਰੇ ਚੜ ਪਈ ਹੈ, ਪਰ ਸਤਵੰਤ ਦਾ ਖਖੇੜਾ ਦੇਖ ਚੁੱਕਾ ਮਨ ਹਜੇ ਕਿਸੇ ਵੇਲੇ ਘਬਰਾ ਜਾਂਦਾ ਸੀ ਕਿ ਹੇ ਵਾਹਿਗੁਰੂ, ਅਜੈ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ, ਤੂੰ ਹੀ ਬੇੜੇ ਬੰਨੇ ਲਾਉਣ ਵਾਲਾ ਹੈ, ਤੇਰੀ ਮਿਹਰ ਹੋਵੇ। ਗੱਲ ਕੀ ਇੱਥੋਂ ਵੀ ਕਾਫਲਾ ਟੁਰਿਆ ਦੇ ਢੱਕੇ ਆ ਡੇਰੇ ਲਾਏ, ਇੱਥੋਂ ਸਰਹੱਦੀ ਪਠਾਨ ਕੌਮਾਂ ਦਾ ਮਾਨੋ ਆਰੰਭ ਹੋ ਜਾਂਦਾ ਹੈ। ਸਰਹੱਦ ਦੀਆਂ ਕੌਮਾਂ ਦੇ ਹੱਥੋਂ ਅਕਬਰ ਵੀ ਤੰਗ ਹੁੰਦਾ ਰਿਹਾ ਤੇ ਹੁਣ ਤੱਕ ਸਾਰੇ ਹਿੰਦ ਦੇ ਪਾਤਸ਼ਾਹ ਇਹਨਾਂ ਦਾ ਪ੍ਰਬੰਧ ਖਾਸ ਰੱਖਦੇ ਆਏ ਹਨ। ਇਹ ਨਾ ਕਾਬਲ ਦੀ ਈਨ ਮੰਨਦੇ ਹਨ ਨਾ ਇੱਧਰ ਦੇ ਜੱਬੇ ਹੇਠ ਆਉਂਦੇ ਹਨ। ਹਾਂ, ਜੇ ਕਦੇ ਲੋਹਾ ਮੰਨਦੇ ਹਨ ਤਾਂ ਜ਼ੋਰਾਵਰ ਦਾ। ਇੱਥੋਂ ਇੱਕ ਟਿਕਾਣੇ ਆਗਾ ਖਾਨ ਨੇ ਕੁਛ ਆਦਮੀ ਇੱਕ ਰੁੱਖ ਹੇਠ ਇਉਂ ਬੈਠੇ ਤੱਕੇ ਜ਼ਿਕਰ ਪਠਾਨ ਜਿਰਗਾ ਕਰਨ ਬੈਠੇ ਹਨ। ਇਸ ਨੇ ਪਾਸ ਜਾ ਕੇ ਕੀ ਦੇਖਿਆ ਕਿ ਇਹ ਤਾਂ ਸਿੱਖ ਹਨ ਤੇ ਇੱਕ ਸਿੱਖ ਮੁਜਰਮ ਵਾਂਗੂ ਬੈਠਾ ਹੈ ਤੇ ਬਾਕੀ ਦੇ ਕੁਛ ਵਿਚਾਰਾ ਕਰ ਰਹੇ ਹਨ। ਇਹ ਸਿੱਖ ਪੰਜਾਬੀ ਨਹੀਂ ਪਰ ਉਸੇ ਇਲਾਕੇ ਦੇ ਸਨ।
ਪਤਾ ਕਰਨ ਤੇ ਸਿੱਖਾਂ ਨੇ ਦੱਸਿਆ ਕਿ ਇਹ ਸਾਡਾ ਭਰਾ ਹੈ, ਇਸ ਨੇ ਅੱਜ ਸਾਡੀ ਸ਼ਰੈਅ ਦੇ ਵਿਰੁੱਧ ਇੱਕ ਦੂਜੇ ਸਿੱਖ ਨਾਲ ਨਾਰਾਜ਼ ਹੋ ਕੇ ਉਸ ਨੂੰ ਗਾਲਾਂ ਦਿੱਤੀਆਂ ਹਨ। ਫਿਰ ਇੱਕ ਪਠਾਨ ਪਾਸ ਉਸ ਦੀ ਨਿੰਦਿਆ ਕੀਤੀ ਤੇ ਕੁਛ ਸਲਾਹ ਮਸ਼ਵਰਾ ਕੀਤਾ ਕਿ ਉਸ ਦੀ ਮਦਦ ਨਾਲ ਕਿਸੇ ਵੇਲੇ ਉਸ ਨੂੰ ਮਾਰ ਕੁਟਾਈ ਕਰੇ। ਆਗਾ ਖਾਨ ਨੇ ਹੈਰਾਨ ਹੋ ਕੇ ਪੁੱਛਿਆ, ਜਦ ਦੋਹਾਂ ਦੀ ਲੜਾਈ ਹੋ ਪਈ ਤਾਂ ਦੋਹਾਂ ਨੂੰ ਆਪੋ ਵਿੱਚ ਜਿਸ ਤਰ੍ਹਾਂ ਬਣ ਪਵੇ ਬਦਲਾ ਲੈਣ ਦਾ ਹੱਕ ਹੈ, ਤੁਸੀਂ ਇਸ ਉੱਤੇ ਜਿਰਗਾ ਕਿਉਂ ਬੈਠ ਰਹੇ ਹੋ? ਸਿੱਖਾਂ ਦੇ ਜਥੇਦਾਰ ਨੇ ਕਿਹਾ, ਖਾਨ ਸਾਹਿਬ, ਅਸੀਂ ਸਿੱਖ ਹਾਂ, ਸਾਡਾ ਮਤ ਤੇ ਤਰੀਕਾ ਨਿਆਰਾ ਹੈ, ਅਸੀਂ ਆਪੋ ਵਿੱਚ ਸਾਰੇ ਭਰਾ ਹਾਂ। ਸਾਡੇ ਵਿੱਚ ਜੋ ਕਿਸੇ ਗੱਲੋਂ ਦੋ ਭਰਾਓ ਖਫਾ ਹੋ ਜਾਣ ਤਾਂ ਗੁਰਦੁਆਰੇ ਵਿੱਚ ਅਸੀਂ ਫੈਸਲਾ ਕਰ ਲੈਂਦੇ ਹਾਂ। ਆਪੋ ਵਿੱਚ ਲੜਨਾ ਸਾਡੇ ਵਿੱਚ ਮਣੇ ਹੈ। ਇੱਥੋਂ ਤਾਈਂ ਸਾਡੀ ਸ਼ਰੈਅ ਦਾ ਫਤਵਾ ਹੈ ਕਿ ਜੋ ਸਿੱਖ ਸਿੱਖ ਦਾ ਮੂੰਹ ਫਿਟਕਾਰੇ ਸੋ ਤਨਖਾਹੀਆ ਹੈ। ਫਿਰ ਸਾਡੇ ਵਿੱਚ ਨਿੰਦਿਆ ਮਣੇ ਹੈ। ਕੋਈ ਸਿੱਖ ਕਿਸੇ ਸਿੱਖ ਦੀ ਨਿੰਦਿਆ ਕੰਡੂ ਪਿੱਛੇ ਨਹੀਂ ਕਰ ਸਕਦਾ ਤੇ ਫਿਰ ਗੈਰ ਮਜ਼ਹਬ ਵਾਲੇ ਕੋਲ ਜੇ ਸਿੱਖ ਨੇ ਕਿਸੇ ਸਿੱਖ ਦਾ ਐਬ ਕਹਿਣਾ ਹੈ ਤਾਂ ਆਪ ਉਸ ਨੂੰ ਪਿਆਰ ਨਾਲ ਅੱਡ ਜਾ ਦੱਸੇ। ਜੇ ਕਿਵੇਂ ਇਹ ਗੱਲ ਨਹੀਂ ਹੋ ਸਕਦੀ ਤਾਂ ਆਪਣੇ ਪਰਿਵਾਰ ਦੇ ਵੱਡੇ ਕੋਲ ਅੰਦਰਖਾਨੇ ਦੱਸ ਕੇ ਉਸ ਨੂੰ ਸਮਝਾ ਦੇਵੇ। ਜੇ ਇਥੋਂ ਵੀ ਗੱਲ ਲੰਘ ਜਾਵੇ ਤਾਂ ਗੁਰਦੁਆਰੇ ਗ੍ਰੰਥੀ ਸਿੰਘ ਨੂੰ ਦੱਸੇ, ਉਹ ਜਾਂ ਆਪ ਸਮਝਾ ਦੇਵੇਗਾ ਜਾਂ ਦੀਵਾਨ ਵਿੱਚ ਦੱਸ ਕੇ ਉਸ ਤੋਂ ਪੁੱਛਗਿੱਛ ਹੋ ਕੇ ਸਮਝ ਸਮਝੌਤੀ ਹੋ ਜਾਏਗੀ। ਆਗਾ ਖਾਨ ਨੇ ਕਿਹਾ, ਇਹ ਗੱਲਾਂ ਬੜੀਆਂ ਕਠਿਨ ਹਨ, ਤੁਹਾਡੀ ਕੌਮ ਇਹਨਾਂ ਗੱਲਾਂ ਵਿੱਚ ਨਿਭਦੀ ਹੈ? ਸਿੱਖ, ਕਿਉਂ ਨਹੀਂ ਖਾਨ ਜੀ, ਅਸੀਂ ਲੋਕ ਇੱਕ ਪਰਿਵਾਰ ਹਾਂ, ਜੇ ਇਹ ਪਿਆਰ ਨਾ ਹੋਵੇ ਤਾਂ ਪਰਿਵਾਰ ਕਾਹਦਾ ਹੈ? ਆਗਾ ਖਾਨ, ਸਬੱਬ ਕੀ ਹੈ? ਸਿੱਖ, ਗੁਰੂ ਦਾ ਹੁਕਮ ਹੈ ਕਿ ਸਿੱਖ ਸਿੱਖ ਦਾ ਮੂੰਹ ਨਾ ਫਿਟਕਾਰੇ, ਕੰਡੂ ਪਿੱਛੇ ਨਿੰਦਾ ਨਾ ਕਰੇ, ਕਿਸੇ ਸਿੱਖ ਜਾਂ ਅਸਿੱਖ ਨਾਲ ਮਿਲ ਕੇ ਸਿੱਖ ਦਾ ਬੁਰਾ ਨਾ ਕਰੇ। ਜੇ ਇਹ ਗੱਲਾਂ ਸਾਡੇ ਵਿੱਚ ਨਾ ਰਹੀਆਂ ਤਾਂ ਅਸੀਂ ਭਰਾ ਨਹੀਂ ਰਹਿ ਸਕਾਂਗੇ। ਭਰਾ ਜੇ ਭਰਾ ਦਾ ਐਬ ਦੇਖੇ ਤਾਂ ਉਸ ਦਾ ਧਰਮ ਹੁੰਦਾ ਹੈ ਭਰਾ ਦਾ ਸੁਧਾਰ ਕਰਨਾ, ਨਾ ਕਿ ਬਦਲਾ ਲੈਣਾ, ਦੁੱਖ ਦੇਣਾ। ਜੇ ਭਰਾ ਹੀ ਆਪੋ ਵਿੱਚ ਵੈਰ ਕਰਨ ਤਾਂ ਬਾਹਰਲੇ ਵੈਰੀ ਦੇ ਮਾਰਨ ਦੀ ਕੀ ਲੋੜ ਹੈ? ਆਪੇ ਹੀ ਆਪੋ ਵਿੱਚ ਖਹਿ ਕੇ ਮਰ ਜਾਣਗੇ। ਸੋ ਸਾਡਾ ਅਸੂਲ ਇਹ ਹੈ ਕਿ ਸਿੱਖ ਦਾ ਆਪੋ ਵਿੱਚ ਏਕਾ ਤੇ ਪਿਆਰ ਨਾ ਟੁੱਟੇ। ਮਨੁੱਖਾ ਜਨਮ ਹੈ, ਭੁੱਲ ਵੀ ਹੋਣੀ ਹੋਈ ਤੇ ਬਿਖਾਨ ਵੀ ਆਪੋ ਵਿੱਚ ਖੜੇ ਹੋ ਜਾਣੇ ਹੋਏ। ਸੋ ਉਸ ਲਈ ਬੰਦੋਬਸਤ ਇਹ ਹੈ ਕਿ ਸਿੱਖ ਸਿੱਖ ਦੀ ਭੁੱਲ ਦੇਖ ਕੇ ਅਣਡਿੱਠ ਕਰੇ ਜਾਂ ਆਪਣੇ ਭਰਾ ਦੇ ਸੁਧਾਰ ਵਿੱਚ ਹੋਵੇ, ਵੈਰ ਲੈਣ ਵਿੱਚ ਨਾ ਪਵੇ ਤੇ ਸੁਧਾਰ ਚੁੱਪਚਾਪ ਹੋਵੇ। ਫਿਟਕਾਰਨਾ ਕਿ ਨਿੰਦਾ ਕਰਨੀ ਕਿ ਉਸ ਨੂੰ ਆਪ ਭੰਡਣਾ ਜਾਂ ਮਿਰਾਸੀ ਦਾ ਗੁੰਡਾ ਬੰਨਣਾ, ਕਿਸੇ ਤਰ੍ਹਾਂ ਨਸ਼ਰ ਕਰਨਾ, ਸਭ ਗੱਲਾਂ ਮਣੇ ਹਨ। ਭਰਾ ਦੇ ਮਾਮਲੇ ਨਜਿੱਠਣ ਲਈ ਸਿੱਖ ਸਿੱਖ ਦਾ ਆਪਣਾ ਪਰਿਵਾਰ ਦਾ ਪਿਆਰ, ਦੀਵਾਨ ਦਾ ਪਿਆਰ ਬਸ ਕਾਫੀ ਅਦਾਲਤਾਂ ਹਨ। ਇਸ ਸਿੱਖ ਭਰਾ ਨੇ ਜੋ ਭੁੱਲ ਕੀਤੀ ਹੈ ਇੰਨੀ ਵੱਡੀ ਹੈ ਕਿ ਅੱਜ ਪੰਥ ਦਾ ਇਹ ਜੱਥਾ ਫੈਸਲਾ ਕਰ ਰਿਹਾ ਹੈ। ਆਗਾ ਖਾਨ ਨੇ ਪੁੱਛਿਆ ਕਿ ਫਿਰ ਕੀ ਫੈਸਲਾ ਹੋਇਆ ਹੈ? ਸਿੱਖ, ਜੁਰਮ ਸਾਬਿਤ ਹੋ ਗਿਆ ਹੈ ਔਰ ਸਿੱਖ ਨੇ ਮੰਨ ਲਿਆ ਹੈ। ਇਸ ਲਈ ਤਨਖਾਹ ਇਹ ਤਜਵੀਜ਼ ਹੋਈ ਹੈ ਕਿ ਗੁਰੂ ਦੀ ਗੋਲਕ ਵਿੱਚ ਦੇਵੇ ਤੇ 5 ਪਾਠ ਜਪਜੀ ਸਾਹਿਬ ਦੇ ਕਰੇ, ਫਿਰ ਆਪਣੇ ਘਰ ਸਿੱਖਾਂ ਦਾ ਪ੍ਰਸ਼ਾਦ ਕਰੇ। ਜਿਸ ਸਿੱਖ ਭਰਾ ਦੀ ਨਿੰਦਾ ਕੀਤੀ ਹੈ ਉਸ ਨੂੰ ਆਪ ਸੱਦਣ ਜਾਵੇ ਤੇ ਪ੍ਰਸ਼ਾਦ ਵਾਲੇ ਦਿਨ ਸਾਰੇ ਭਰਾ ਇਕੱਠੇ ਬੈਠਣ ਤੇ ਪ੍ਰਸ਼ਾਦ ਛਕਣ। ਇਸ ਤੋਂ ਪਿੱਛੋਂ ਜਿਸ ਭਰਾ ਦੀ ਨਿੰਦਾ ਹੋਈ ਹੈ ਉਸ ਦੇ ਘਰ ਸਾਰੇ ਪ੍ਰਸ਼ਾਦ ਛਕਣ। ਹੁਣ ਗੱਲ ਕੇਵਲ ਇੰਨੀ ਹੋ ਰਹੀ ਹੈ ਕਿ ਗ੍ਰੰਥੀ ਸਿੰਘ ਜੀ ਉਸ ਨੂੰ ਸਮਝਾ ਰਹੇ ਹਨ ਕਿ ਆਪਣੇ ਭਰਾ ਤੋਂ ਬਦਲਾ ਲੈਣ ਵਾਸਤੇ ਤੂੰ ਪਠਾਨ ਦੀ ਸ਼ਰਨ ਲੈਣ ਵਿੱਚ ਜੋ ਭੁੱਲ ਕੀਤੀ ਸੋ ਬੜੀ ਹਾਨੀਕਾਰਕ ਸੀ। ਖਾਨ ਸਾਹਿਬ, ਤੁਸਾਂ ਖਫੇ ਨਾ ਹੋਣਾ। ਸਾਡੇ ਖਿਆਲ ਵਿੱਚ ਇਹੋ ਤਰੀਕਾ ਹੈ ਕਿ ਚਾਹੇ ਕਿੰਨਾ ਮਿੱਤਰ ਹੋਵੇ, ਜੋ ਸਿੱਖ ਨਹੀਂ ਉਸ ਦੀ ਮਦਦ ਸਿੱਖ ਦੇ ਬਰਖਲਾਫ ਕਦੇ ਨਹੀਂ ਲੈਣੀ। ਸਿੱਖ ਲੜੇ ਹੋਏ ਵੀ ਆਪੋ ਵਿੱਚ ਨਾ ਸਿੱਖ ਕੋਲੋਂ ਨੇੜੇ ਦੇ ਸਾਕੇਦਾਰ ਹਨ। ਇਸ ਪ੍ਰਕਾਰ ਦੀਆਂ ਗੱਲਾਂ ਸੁਣ ਕੇ ਆਗਾ ਖਾਨ ਆਪਣੇ ਡੇਰੇ ਆ ਗਿਆ। ਸ਼ਾਮਾਂ ਨੂੰ ਉਸਨੇ ਸਾਰਾ ਮਾਜਰਾ ਜਸਵੰਤ ਤੇ ਸਾਈਂ ਨੂੰ ਸੁਣਾਇਆ ਔਰ ਆਪਣੇ ਪੰਥ ਵਿੱਚ ਇਸ ਅਲੌਕਿਕ ਰਵੱਈਏ ਦੀ ਮਹਿਮਾ ਕੀਤੀ ਤੇ ਕਿਹਾ ਕਿ ਪੰਜਾਬ ਵਿੱਚ ਤੁਰਕ ਰਾਜ ਜ਼ਰੂਰ ਤਬਾਹ ਹੋਵੇਗਾ ਔਰ ਸਿੱਖ ਜ਼ਰੂਰ ਰਾਜ ਕਰਨਗੇ। ਇਸ ਪ੍ਰਕਾਰ ਸਫ਼ਰ ਮੁੱਕਦਾ ਰਿਹਾ। ਲੰਡੀ ਕੌਤਲ ਜਮਰੋਦ ਹੁੰਦੇ ਹੋਏ ਪਿਸ਼ਾਵਰ ਅੱਪੜੇ। ਸਭ ਨੇ ਆਪਣੇ ਆਪਣੇ ਟਿਕਾਣੇ ਕੀਤੇ। ਆਗਾ ਖਾਨ ਪਿਸ਼ਵਾਨ ਦੇ ਖਾਨ ਦਾ ਮਹਿਮਾਨ ਹੋਇਆ। ਸਾਰੇ ਪ੍ਰਬੰਧ ਕਰਕੇ ਹੁਣ ਇਹ ਵਿਉਂਤ ਠਹਿਰੀ ਕਿ ਜਸਵੰਤ ਸਿੰਘ ਜੀ ਨੂੰ ਤੇ ਹੋਰ ਵਪਾਰੀਆਂ ਨੂੰ ਜੋ ਯੂਸਫ ਜਈ ਦੇ ਇਲਾਕੇ ਦੇ ਰਸਤੇ ਹੋਤੀ ਜਾਣਾ ਚਾਹੁੰਦੇ ਸਨ, ਕੁਛ ਜਵਾਨ ਨਾਲ ਜਾ ਕੇ ਪਹੁੰਚਾਉਣ। ਪਿਸ਼ੋਰ ਤੋਂ ਇੱਕ ਕਾਫਲਾ ਕਾਬਲ ਜਾਣ ਲਈ ਤਿਆਰ ਸੀ, ਪਰ ਇਸ ਕਾਫਲੇ ਨੇ ਹੋਤੀ, ਦਰਗਈ, ਮਾਲਾਕਾਨ ਦੇ ਰਸਤੇ ਜਾਣਾ ਸੀ, ਸੋ ਇਹ ਪ੍ਰਬੰਧ ਵੀ ਪਿਸ਼ਾਵਰ ਦੇ ਖਾਨ ਨਾਲ ਹੋ ਗਿਆ।
ਕਿ ਇਸ ਕਾਫਲੇ ਦੀ ਅਗਵਾਈ ਵੀ ਆਗਾ ਖਾਨ ਕਰੇ, ਕਿਉਂਕਿ ਖਾਨੇ ਨੂੰ ਹਸਨ ਖਾਂ ਵੱਲੋਂ ਸੰਦੇਸ਼ਾ ਪੁੱਜ ਚੁੱਕਾ ਸੀ ਕਿ ਆਗਾ ਖਾਨ ਦੀ ਖਾਤਰ ਕਰੇ ਤੇ ਉਸਨੂੰ ਛੇਤੀ ਵਾਪਸ ਕਰੇ। ਉਹ ਬੱਚਾ ਹੈ ਤੇ ਉਸਦਾ ਇਹ ਪਹਿਲਾ ਸਫ਼ਰ ਹੈ। ਸੋ ਆਪਣੇ ਜੱਥੇ ਨੂੰ ਪਸ਼ਾਵਰ ਛੱਡ ਕੇ ਕੁਝ ਸਿਪਾਹੀਆਂ ਨੂੰ ਨਾਲ ਲੈ ਕੇ ਹੋਤੀ ਅੱਪਣ ਵਾਲੇ ਵਪਾਰੀਆਂ ਸਣੇ ਆਗਾ ਹੋਤੀ ਆਇਆ। ਇੱਥੇ ਪਿਸ਼ਾਵਰ ਦੇ ਖਾਨ ਦਾ ਮਹਿਮਾਨ ਰਿਹਾ। ਜਸਵੰਤ ਤੇ ਸਾਥੀਆਂ ਨੇ ਧਰਮਸ਼ਾਲਾ ਡੇਰੇ ਕੀਤੇ ਤੇ ਅੱਗੇ ਟੁਰਨ ਦੇ ਪ੍ਰਬੰਧ ਸੋਚਣ ਲੱਗੇ। ਖਾਨ ਨੇ ਇੱਕ ਦਿਨ ਆਗਾ ਖਾਨ ਨੂੰ ਸ਼ਿਕਾਰ ਖਿਡਾਇਆ। ਸ਼ਿਕਾਰ ਖੇਡਦੇ ਇਹ ਤਖਤਬਾਹੀ ਦੀ ਪਹਾੜੀ ਤੇ ਜਾ ਚੜੇ। ਉੱਪਰ ਜਾ ਕੇ ਖੰਡਰ ਖੋਲੇ ਵੇਖ ਕੇ ਆਗਾ ਖਾਨ ਨੂੰ ਪਤਾ ਲੱਗਾ ਕਿ ਇਸ ਪਹਾੜੀ ਉੱਤੇ ਕਦੇ ਕਾਫਰਾਂ ਦੇ ਬੜੇ ਮੰਦਰ ਤੇ ਮਦਰਸੇ ਸਨ। ਮਿੱਟੀਆਂ ਹੇਠ ਸਭ ਕੁਝ ਦੱਬ ਰਿਹਾ ਸੀ, ਪਰ ਕਿਤੇ ਕਿਤੇ ਕੁਝ ਨੰਗਾ ਵੀ ਸੀ। ਟੁੱਟੇ ਬੁੱਤਾਂ ਦੇ ਟੁਕੜੇ, ਨੱਕ ਕੱਟ ਦਿੱਤੇ ਹੋਏ ਕਈ ਇਮਾਰਤਾਂ ਦੀਆਂ ਕੰਧਾਂ ਤੇ ਚੂਨੇ ਨਜ਼ਰ ਆਏ। ਦੇਖ ਕੇ ਉਸਨੇ ਹੌਂਕਾ ਲਿੱਤਾ ਤੇ ਆਖਿਆ ਕਿ ਕਮਜ਼ੋਰ ਕੌਮਾਂ ਦੇ ਐਸ਼ਟਵਰ ਜ਼ਬਰਦਸਤ ਕੌਮਾਂ ਕੀਕਣ ਤਬਾਹ ਕਰਦੀਆਂ ਹਨ। ਫਿਰ ਡੇਰੇ ਆ ਕੇ ਉਸਨੇ ਉਸ ਥਾਵੇਂ ਇਕੱਲਿਆਂ ਫੇਰਾ ਪਾਇਆ ਜੋ ਕਲਪਾਣੀ ਨਦੀ ਦੇ ਕਿਨਾਰੇ ਜਸਵੰਤ ਸਿੰਘ ਨਾਲ ਮਿਲਣੇ ਦਾ ਠਾਣ ਰੱਖਿਆ ਸੀ। ਇੱਥੇ ਗੱਲਾਂ ਕਰਦਿਆਂ ਉਸਨੇ ਜਸਵੰਤ ਤੋਂ ਪੁੱਛਿਆ ਕਿ ਸਿੱਖ ਵੀ ਬੁੱਤ ਪ੍ਰਸਤ ਨਹੀਂ ਹਨ, ਪਰ ਕਦੇ ਉਹਨਾਂ ਨੇ ਹਿੰਦੂਆਂ ਦੇ ਬੁੱਤਖਾਨੇ ਗਿਰਾਏ ਹਨ? ਜਸਵੰਤ ਸਿੰਘ: ਕਦੇ ਨਹੀਂ। ਤੇ ਸਿੱਖ ਨਿਰੇ ਨਾ ਬੁੱਤ ਪ੍ਰਸਤ ਹੀ ਨਹੀਂ, ਸਗੋਂ ਬੁੱਤ ਸ਼ਿਕਣ ਵੀ ਹਨ, ਪਰ ਉਹ ਬੁੱਤ ਜਬਰੀ ਹਥੌੜੇ ਨਾਲ ਨਹੀਂ ਤੋੜਦੇ। ਉਹ ਆਪਣੇ ਉਪਦੇਸ਼ਾਂ ਨਾਲ, ਪਵਿੱਤਰ ਤੇ ਕਣੀ ਵਾਲੇ ਜੀਵਨ ਨਾਲ ਲੋਕਾਂ ਦੇ ਦਿਲਾਂ ਵਿੱਚੋਂ ਬੁੱਤਾਂ ਦੇ ਡੇਰੇ ਉਠਾ ਕੇ ਵਾਹਿਗੁਰੂ ਦਾ ਨਿਵਾਸ ਕਰਾ ਦਿੰਦੇ ਤੇ ਬੁੱਤ ਤੁੜਵਾ ਦਿੰਦੇ ਹਨ। ਬੁੱਤ ਸ਼ਿਕਨ ਤਾਂ ਆਪਣੇ ਇੰਡੀਏ ਵਿੱਚ ਨਾਕਾਮਯਾਬ ਰਹਿੰਦਾ ਹੈ, ਕਿਉਂਕਿ ਉਸਨੇ ਜਦ ਮੰਦਰ ਤੇ ਬੁੱਤ ਤਾਕਤ ਨਾਲ ਤੋੜ ਲਏ, ਤਦੋਂ ਵੀ ਲੋਕਾਂ ਦੇ ਦਿਲਾਂ ਵਿੱਚ ਬੁੱਤ ਵਸਦੇ ਰਹਿੰਦੇ ਹਨ। ਸਮਾਂ ਪਾ ਕੇ ਦਿਲਾਂ ਦੇ ਬੁੱਤ ਫਿਰ ਮਿੱਟੀਆਂ ਪੱਥਰਾਂ ਦੇ ਬੁੱਤ ਘੜ ਲੈਂਦੇ ਹਨ। ਫਿਰ ਜੋ ਜ਼ਬਰਦਸਤੀ ਦੀਨ ਦੀ ਈਨ ਮਨਾ ਕੇ ਆਪਣੇ ਮਜ਼ਹਬ ਵਿੱਚ ਲੋਕਾਂ ਨੂੰ ਮਿਲਾ ਲੈਂਦੇ ਹਨ, ਉਹ ਵੀ ਇੱਕ ਭੁੱਲ ਕਰਦੇ ਹਨ, ਕਿਉਂਕਿ ਇਹ ਭਾਰੀ ਅਨਿਆਏ ਹੈ ਤੇ ਤਾਕਤ ਦੇ ਅੱਗੇ ਉੱਚੇ ਮਨਾਂ ਵਾਲੇ ਤੇ ਸ਼ਰੀਫ ਦਿਲਾਂ ਵਾਲੇ ਝੁਕਦੇ ਨਹੀਂ। ਉਹ ਤਾਂ ਮੌਤ ਕਬੂਲ ਕਰਦੇ ਹਨ। ਬਾਕੀ ਕਮਜ਼ੋਰ, ਕਾਇਰ ਤੇ ਕਮੀਨੇ ਦਿਲ ਜ਼ੋਰ ਤੇ ਲਾਲਚ ਅੱਗੇ ਝੁਕ ਕੇ ਦੀਨ ਕਬੂਲਦੇ ਹਨ। ਐਸੇ ਲੋਕਾਂ ਦੇ ਦੀਨ ਵਿੱਚ ਆ ਜਾਣ ਨਾਲ ਦੀਨ ਦੀ ਇਖਲਾਕੀ ਸੁਰ ਨੀਵੀਂ ਪੈਣ ਲੱਗਦੀ ਹੈ। ਕਿਸੇ ਇਨਸਾਨੀ ਖਿਆਲ ਨੂੰ ਮੋੜਾ ਦੇਣ ਲਈ ਪ੍ਰੇਰਨਾ ਹੀ ਠੀਕ ਤਰੀਕਾ ਹੈ। ਜਬਰ ਕਦੇ ਵੀ ਚੰਗਾ ਨਹੀਂ ਅਰ ਦੋਹਾਂ ਧਿਰਾਂ ਲਈ ਚੰਗਾ ਨਹੀਂ। ਜਬਰ ਨਾਲ ਲੋਕਾਂ ਨੂੰ ਗੁਲਾਮ ਬਣਾਉਣ ਵਾਲੀ ਕੌਮ ਸਮਾਂ ਪਾ ਕੇ ਉਸੇ ਆਪਣੇ ਜ਼ੁਲਮ ਦੇ ਵਤੀਰੇ ਦੇ ਕਾਰਨ ਇਹੋ ਜਿਹੀਆਂ ਗਲਤੀਆਂ ਕਰ ਕਰਕੇ ਇਖਲਾਕ ਵਿੱਚ ਗਿਰ ਜਾਂਦੀ ਹੈ। ਨਿਰੇ ਬੁੱਤ ਹੀ ਨਹੀਂ, ਇੱਕ ਬੁੱਤਖਾਨਾ ਇਨਸਾਨ ਦੇ ਦਿਲ ਵਿੱਚ ਵੀ ਹੈ। ਸਿੱਖ ਦਿਲਾਂ ਦੇ ਬੁੱਤਾਂ ਨੂੰ ਵੀ ਢਾਉਂਦੇ ਹਨ। ਵਾਹਿਗੁਰੂ ਤੋਂ ਵਧੇਕ ਆਪਣੇ ਦਿਲ ਵਿੱਚ ਜਾਨ, ਮਾਲ, ਇੱਜ਼ਤ, ਪੁੱਤਰ, ਇਸਤਰੀ, ਕਿਸੇ ਹੀ ਹੋਰ ਨੂੰ ਪਿਆਰ ਕਰਨਾ ਇੱਕ ਵੱਡੀ ਬੁੱਤ ਪ੍ਰਸਤੀ ਹੈ, ਜੋ ਮੋਮਨ ਤੇ ਬੁੱਤ ਸ਼ਿਕਨ ਲੋਕ ਆਪ ਵੀ ਕਰਦੇ ਹਨ। ਸਿੱਖ ਇਸ ਬੁੱਤ ਪ੍ਰਸਤੀ ਦਾ ਦਾਰੂ ਵੀ ਸਿਖਾਲਦੇ ਹਨ। ਕੁਛ ਦਿਨ ਇਹੋ ਗੱਲ ਰਹੀ ਕਿ ਤੜਕਸਾਰ ਕਲਪਾਣੀ ਨਦੀ ਦੇ ਕਿਨਾਰੇ ਆਗਾ ਖਾਨ, ਜਸਵੰਤ ਸਿੰਘ ਤੇ ਸਾਈਂ ਨੇ ਮਿਲ ਗਿਲ ਲੈਣਾ ਤੇ ਸਫ਼ਰ ਤੇ ਪੰਜਾਬ ਦੇ ਸਫ਼ਰ ਦੀ ਤਿਆਰੀ ਗਿਣ ਗੱਠ ਲੈਣੀ ਤੇ ਹੋਰ ਮਾਮਲੇ ਵਿਚਾਰ ਲੈਣੇ। ਅੰਤ ਪਿਸ਼ਾਵਰ ਦਾ ਕਾਫਲਾ ਆ ਗਿਆ। ਕੁਝ ਲੋਕ ਹੋਤੀ ਤੋਂ ਨਾਲ ਰਲੇ। ਕਾਬਲ ਨੂੰ ਕੂਚ ਦੀ ਤਿਆਰੀ ਹੋਈ। ਹੁਣ ਆਗਾ ਖਾਨ 3 ਦਿਨ ਜਸਵੰਤ ਸਿੰਘ ਨੂੰ ਨਹੀਂ ਮਿਲ ਸਕਿਆ। ਇੱਧਰ ਇਸਨੇ ਇਹ ਪ੍ਰਬੰਧ ਕੀਤਾ ਕਿ ਆਪਣਾ ਇੱਕ ਨਾਇਬ ਜਥੇਦਾਰ ਥਾਪ ਕੇ ਰੁਪਈਆ ਤੇ ਸਮਾਨ ਉਸਦੀ ਸੁਪਰਦੀ ਵਿੱਚ ਦੇ ਕੇ ਕਾਫਲੇ ਨੂੰ ਫੌਜ ਦੇ ਦਸਤੇ ਸਮੇਤ ਮਾਲਾਕਾਂਦ ਤੋਰਿਆ ਤੇ ਆਖਿਆ ਕਿ ਤੁਸੀਂ ਦਰਗਈ ਡੇਰੇ ਪਾਓ ਤੇ ਮੈਂ ਇੱਥੇ ਖਾਨ ਹੋਤੀ ਪਾਸ 2-4 ਦਿਨ ਠਹਿਰਨਾ ਹੈ। ਤੁਸੀਂ ਚੱਲੋ ਤੇ ਮੈਂ ਮਗਰੇ ਅਪੜਾਂਗਾ। ਸੋ ਆਗਾ ਇਹਨਾਂ ਨੂੰ ਟੋਰ ਕੇ ਆਪ ਖਾਨ ਦਾ ਮਹਿਮਾਨ ਰਿਹਾ। ਆਗਾ ਤੇ ਜਸਵੰਤ ਸਿੰਘ ਸਾਂਝ ਨੂੰ ਜਦ ਮਿਲੇ ਤਾਂ ਆਗਾ ਖਾਨ ਨੇ ਆਪਣੇ ਦਸਤੇ ਨੂੰ ਮਾਲਕੰਦ ਵੱਲ ਅੱਗੇ ਟੋਰ ਦੇਣ ਦਾ ਹਾਲ ਦੱਸਿਆ ਤਾਂ ਜਸਵੰਤ ਸਿੰਘ ਨੇ ਕਿਹਾ ਕਿ ਤੁਸਾਂ ਜੋ ਦਸਤੇ ਨੂੰ ਕਿਹਾ ਕਿ ਤੁਸੀਂ ਫਲਾਨੀ ਥਾਂ ਡੇਰੇ ਕਰੋ ਤੇ ਮੈਂ 2-4 ਦਿਨਾਂ ਨੂੰ ਆ ਮਿਲਾਂਗਾ, ਇਹ ਹੈ ਦੁਨਿਆਵੀ ਨੀਤੀ। ਪਰ ਸਿੱਖਾਂ ਵਿੱਚ ਰਵਾ ਨਹੀਂ। ਸਿੱਖ ਆਪਣੀ ਨੀਤੀ ਵੀ ਸੱਚ ਉੱਤੇ ਧਰਦਾ ਹੈ, ਝੂਠ ਨਹੀਂ ਬੋਲਦਾ। ਮੈਨੂੰ ਵੀ ਦਿਸਦਾ ਹੈ ਕਿ ਦਸਤੇ ਤੋਂ ਛੁੱਟਣਾ ਕਠਿਨ ਕੰਮ ਹੈ ਸੀ, ਪਰ ਸਿੱਖ ਦੀ ਰਸਨਾ ਝੂਠ ਨਾਲ ਵਾਕਫੀ ਨਹੀਂ ਰੱਖਦੀ। ਸਿੱਖ ਨੂੰ ਜਦ ਨੀਤੀ ਦਾ ਵੇਲਾ ਆਵੇ ਤਾਂ ਉੱਚੀ ਅਕਲ ਨਾਲ ਮਾਮਲੇ ਨਜਿੱਠਦਾ ਹੈ, ਪਰ ਇਹ ਤੁਹਾਡਾ ਕਸੂਰ ਨਹੀਂ। ਤੁਸੀਂ ਆਪਣੀ ਕੌਮ ਵਿੱਚ ਜੰਮੇ ਪਲੇ ਨਹੀਂ ਤੇ ਤੁਹਾਨੂੰ ਆਪਣੀ ਕੌਮ ਦੇ ਹਾਲ ਦਾ ਪਤਾ ਨਹੀਂ। ਆਗਾ ਖਾਨ: ਜਦੋਂ ਵੀਰ ਜੀ ਸਾਡਾ ਵੈਰੀ ਝੂਠਾ ਹੋਵੇ, ਚਲਾਕ ਤੇ ਰਿੰਦ ਹੋਵੇ, ਸਾਨੂੰ ਦਾਓ ਘਾਓ ਫਰੇਬ ਛਲ ਨਾਲ
ਜਿਸ ਨੂੰ ਉਹ ਨੀਤੀ ਆਖੇ ਮਾਰੇ, ਤਦ ਉਸਦੇ ਮਾਰਨ ਲਈ ਵੀ ਝੂਠ, ਛਲ, ਫਰੇਬ ਅਰਥਾਤ ਉਸੇ ਵਰਗੀ ਨੀਤੀ ਰਵਾ ਨਹੀਂ। ਜਸਵੰਤ ਸਿੰਘ, ਮੈਨੂੰ ਵੀ ਦੇਸੋਂ ਨਿਖੜਿਆ ਮੁੱਦਤ ਬੀਤ ਚੁੱਕੀ ਹੈ, ਪਰ ਜੋ ਦਾਤਾ ਸਿੱਖ ਜੀ ਕਾਬਲ ਵਿੱਚ ਮੈਨੂੰ ਰੱਬ ਦੇ ਰਸਤੇ ਪਾ ਗਏ ਹਨ, ਉਹ ਦੱਸਦੇ ਹਨ ਕਿ ਸਿੱਖ ਕਿਸੇ ਵੇਲੇ ਝੂਠ ਦੇ ਰਸਤੇ ਨਹੀਂ ਪੈਂਦੇ, ਕਿਉਂਕਿ ਸਿੱਖ ਭੁੱਲ ਵੱਲ ਰੁਖ ਰੱਖਣ ਵਾਲਾ ਜੀਵ ਨਹੀਂ, ਸਿੱਖ ਯਾਦ ਵਿੱਚ ਵਸਦਾ ਹੈ, ਇਸ ਕਰਕੇ ਜਿਉਂਦਾ ਹੈ। ਉਹ ਸੱਚ ਤੇ ਖੜੋ ਕੇ ਹੀ ਆਪਣੇ ਪੈਰਾਂ ਤੇ ਘੁੰਮ ਕੇ ਸਾਰੇ ਜਹਾਨ ਨੂੰ ਚੱਕਰ ਦੇ ਲੈਂਦਾ ਹੈ। ਝੂਠੇ ਬੰਦੇ ਕਦੇ ਕੌਮ ਦਾ ਕੁਛ ਨਹੀਂ ਸਾਰ ਸਕਦੇ। ਝੂਠ ਤਾਂ ਪ੍ਰਵਿਰਤ ਹੀ ਤਦੋਂ ਬਹੁਤਾ ਹੋ ਸਕਦਾ ਹੈ ਜਦੋਂ ਖੁਦਗਰਜ ਲੋਕ ਕਿਸੇ ਖੁਦਗਰਜੀ ਦੇ ਹਾਨ ਲਾਭ ਲਈ ਇਕੱਠੇ ਹੋਣ। ਉਹ ਝੂਠ ਦੀ ਮਦਦ ਲੈ ਕੇ ਜਦ ਸਾਂਝੇ ਵੈਰੀ ਨੂੰ ਮਾਰ ਲੈਂਦੇ ਹਨ ਤਾਂ ਫਿਰ ਪਿੱਛੋਂ ਆਪੋ ਵਿੱਚ ਝੂਠ ਦੇ ਵਰਤਾਓ ਕਰਕੇ ਬੇਵਸਾਈ ਦੇ ਕਾਰਨ ਪਾਟਦੇ ਹਨ। ਸਾਈਂ ਵੱਲ ਰੁਖ ਰੱਖਣ ਵਾਲੇ ਬੀਰ ਰਸੀਏ ਬਾਕੁਰੇ ਸੱਚ ਤੇ ਖੜੇ ਹੋ ਕੇ ਸੱਚੀ ਸੂਰਮ ਗਤੀ ਵਿੱਚ ਵਰਤਦੇ ਹਨ। ਸਾਡੇ ਗੁਰਾਂ ਦਾ ਵਾਕ ਹੈ, ਹਰਨਾਮੇ ਕੋ ਹੋਵੋ ਜੋੜੀ, ਕਿ ਵਾਹਿਗੁਰੂ ਦੇ ਨਾਮ ਵਾਲੇ ਹੋ ਕੇ ਜੁੜੋ। ਜਥੇਬੰਦੀ ਹਰਨਾਮ ਵਾਲਿਆਂ ਦੀ ਹੈ, ਜਿਨ੍ਹਾਂ ਵਿੱਚ ਦੁਬਦਾ ਨਹੀਂ ਪੈਂਦੀ। ਸਭਾ ਅਰਥਾਤ ਜਥੇਬੰਦੀ ਗੁਰਮੁਖਾਂ ਦੀ ਹੈ ਅਸਲੀ, ਜਿਸ ਵਿੱਚ ਵੈਰ ਨਹੀਂ ਹੁੰਦਾ। ਇਸ ਵਿਚਾਰ ਦੇ ਮਗਰੋਂ ਹੁਣ ਵਿਚਾਰ ਇਸ ਪਾਸੇ ਪਾਈ ਕਿ ਅੰਮ੍ਰਿਤਸਰ ਕੀ ਕੁਨ ਅਪੜੀਏ, ਖਤਰੇ ਤੋਂ ਖਾਲੀ ਸਫ਼ਰ ਕਿਸੇ ਭੇਸ ਵਿੱਚ ਨਹੀਂ ਸੀ। ਹਿੰਦੂ ਵੇਸ ਲਈ ਮੁਸਲਮਾਨਾਂ ਦਾ ਡਰ ਸੀ ਤੇ ਮੁਸਲਮਾਨ ਵੇਸ ਲਈ ਜਗ੍ਹਾ ਜਗ੍ਹਾ ਫਿਰ ਨਿਕਲੇ ਮਰਹੱਟੇ ਦਸਤਿਆਂ ਦਾ ਡਰ। ਸਿੱਖ ਵੇਸ ਵਿੱਚ ਦੋਹਾਂ ਦਾ ਡਰ ਆਖਿਰ ਇਸੇ ਸਿੱਟੇ ਤੇ ਅਪੜੇ ਕਿ ਪੰਜਾਬੀ ਮੁਸਲਮਾਨ ਦੇ ਵੇਸ ਵਿੱਚ ਖਤਰਾ ਘੱਟ ਹੈ। ਆਗਾ ਖਾਨ ਦੀ ਮਰਜ਼ੀ ਕੁਛ ਹੋਰ ਠਹਿਰਨ ਦੀ ਸੀ, ਪਰ ਜਸਵੰਤ ਨੇ ਕਾਹਲੀ ਚੰਗੀ ਸਮਝੀ, ਸੋ ਅਗਲੇ ਹੀ ਦਿਨ ਤੜਕਸਾਰ ਕੂਚ ਹੋ ਗਈ। ਲਿਬਾਸ ਸਭ ਦੇ ਪੇਠੂਹਾਰੀ ਮੁਸਲਮਾਨਾਂ ਦੇ ਸਨ, ਸਵਾਰੀ ਘੋੜਿਆਂ ਦੀ ਨਾਲ ਲੋੜ ਜੋਗਾ ਲਟਾਪਟਾ ਖੱਚਰਾਂ ਉੱਤੇ ਸੀ। ਜਥੇ ਵਿੱਚ ਸਨ ਆਗਾ ਖਾਨ, ਜਸਵੰਤ ਸਿੰਘ ਤੇ ਸਾਈਂ ਜੀ, ਲੱਦਾ ਸਿੰਘ ਤੇ ਲੱਥਾ ਸਿੰਘ ਦਾ ਉਮਰਾਂ ਦਾ ਇਤਬਾਰੀ ਨੌਕਰ। ਆਪੋ ਵਿੱਚ ਭੇਦ ਖੁੱਲ੍ਹ ਚੁੱਕੇ ਤੇ ਪਿਆਰ ਪੈ ਚੁੱਕੇ ਸਨ, ਪਰ ਦਾਨੀ ਸਤਵੰਤ ਕੌਰ ਦਾ ਭੇਦ ਕਿ ਇਹ ਇੱਕ ਕੰਨਿਆ ਹੈ ਅਰ ਗੱਭਰੂ ਸਿੱਖ ਨਹੀਂ, ਹਜੇ ਤੱਕ ਸਰਬੰਦ ਭੇਦ ਸੀ। ਹੋਤੀ ਤੋਂ ਤੁਰ ਕੇ ਇਹ ਸ਼ਾਹਬਾਜ਼ ਗੜੇ ਅਪੜੇ। ਇਹ ਇਲਾਕਾ ਪਹਾੜੀ ਟਿੱਲਿਆਂ ਨਾਲ ਸੁਸ਼ੋਭਤ, ਫਿਰ ਪੱਧਰਾ ਤੇ ਹਰਿਆ ਭਰਿਆ ਬੜਾ ਸੁੰਦਰ ਹੈ। ਇਹ ਉਹ ਧਰਤੀ ਹੈ ਜੋ ਸਤਵੰਤ ਕੌਰ ਵਾਂਗੂ ਬੜੇ ਦੁੱਖੜੇ ਭੋਗ ਚੁੱਕੀ ਹੈ। ਕਦੇ ਸਮਾਂ ਸੀ ਕਿ ਇੱਥੇ ਆਰੀਆ ਕੁਲ ਦੇ ਵੱਡਿਆਂ ਪੈਰ ਪਾਏ ਸਨ ਤੇ ਸਹਿਜੇ ਸਹਿਜੇ ਇੱਕ ਸੱਭਿਅ, ਮਾਲਦਾਰ ਤੇ ਜ਼ੋਰਦਾਰ ਕੌਮ ਬਣ ਗਏ ਸਨ, ਜਿਸ ਨੂੰ ਅੱਜ ਕੱਲ੍ਹ ਪਿਸ਼ੋਰ ਦਾ ਇਲਾਕਾ ਆਖਦੇ ਹਨ। ਇਸ ਸਾਰੇ ਤੇ ਹੋਰ ਗਿਰਦ ਦੇ ਇਲਾਕੇ ਦਾ ਨਾਮ ਤਦੋਂ ਗਾਧਾਰ ਰਾਜ ਸੀ। ਬੜੇ ਬੜੇ ਬਲੀ ਰਾਜੇ ਮਹਾਰਾਜੇ ਇੱਥੇ ਰਾਜ ਕਰ ਗਏ ਸਨ। ਇਥੋਂ ਪਿਸ਼ੌਰ, ਜਿਸ ਦਾ ਹੋਣ ਵਾਲਾ ਨਾਮ ਪੇਸ਼ਾਵਰ ਅਕਬਰ ਨੇ ਬਦਲਿਆ ਸੀ, ਰਾਜਾ ਪੋਰਸ਼ ਦੀ ਵਸਾਈ ਰਾਜਧਾਨੀ ਸੀ, ਜਿਸ ਨੂੰ ਉਸਨੇ ਪੋਰਸ਼ਾਪੁਰ ਦਾ ਨਾਂ ਦਿੱਤਾ ਸੀ। ਅੱਜ ਤੋਂ 1200-1400 ਸਾਲ ਪਹਿਲੇ ਜੋ ਚੀਨੀ ਮੁਸਾਫਰ ਆਏ, ਉਹ ਲੋਕ ਵੀ ਇਸ ਰਾਜਧਾਨੀ ਦਾ ਨਾਮ ਪਰੂਸ਼ਾਪੁਰਾ ਦੇ ਲਗਭਗ ਹੀ ਲਿਖਦੇ ਹਨ। ਇੱਥੇ ਪਹਿਲੇ ਹਿੰਦੂ ਧਰਮ ਦਾ ਹੀ ਜ਼ੋਰ ਸੀ। ਪਾਣੀਏ ਵਰਗੇ ਪੰਡਿਤ ਇਸੇ ਧਰਤੀ ਵਿੱਚ ਪੈਦਾ ਹੋਏ, ਜਿੱਥੇ ਅੱਜ ਕੱਲ੍ਹ ਲਾਹੌਰ ਨਾਮੇ ਵੱਡਾ ਪਿੰਡ ਹੈ। ਇੱਥੇ ਪੁਰਾਣੇ ਨਗਰ ਸਾਲਤੂਰਾ ਦੇ ਖੰਡਰਾਤ ਢੇਰੀ ਹੋਏ ਪਏ ਹਨ। ਇਸ ਨਗਰੀ ਨੇ ਸੰਸਕ੍ਰਿਤ ਦੇ ਪ੍ਰਸਿੱਧ ਵਿਆਕਰਨੀ ਪੰਡਿਤ ਪਾਣੀਏ ਨੂੰ ਜਨਮ ਦਿੱਤਾ ਸੀ। ਫਿਰ ਇਹ ਸਾਰਾ ਦੇਸ਼ ਬੋਧੀ ਹੋ ਗਿਆ ਤੇ ਬੋਧੀ ਮੰਦਰ, ਬੁੱਤ ਤੇ ਕਾਰੀਗਰੀ ਦਾ ਭਾਰੀ ਟਿਕਾਣਾ ਹੋਇਆ। ਪੁਰਾਣੇ ਨਗਰ ਊਦਾਬੰਦ ਤੇ ਅੱਜ ਕੱਲ੍ਹ ਦੇ ਉਦ ਤੇ ਬਾਬਰ ਤੇ ਦੱਸੇ ਦੁਆਰ ਹਿੰਦ ਨਾਮੇ ਪਿੰਡ ਤੋਂ ਇਹ ਥਾਂ 7-8 ਮੀਲ ਦੇ ਫਾਸਲੇ ਤੇ ਹੈ। ਇਸੇ ਧਰਤੀ ਤੇ ਯੂਨਾਨੀ ਸਿਕੰਦਰ ਵਰਗੇ ਆਏ ਤੇ ਇਸ ਦੀ ਵਸੋਂ ਤੇ ਪ੍ਰਤਾਪ ਦੀ ਮਹਿਮਾ ਕਰਦੇ ਗਏ। ਚੰਦਰਗੁਪਤ ਤੇ ਅਸ਼ੋਕ ਵਰਗੇ ਮਹਾਬਲੀ ਦਾ ਡੰਕਾ ਇੱਥੇ ਵੱਜ ਚੁੱਕਾ ਹੈ। ਇਸ ਤੋਂ ਮਗਰੋਂ ਪੱਛਮੀ ਤੇ ਹਿੰਦੀ ਮਿਲਵੇਂ ਲੋਕਾਂ ਦੇ ਪ੍ਰਤਾਪ ਦਾ ਇਹ ਪੰਗੂੜਾ ਝੂਟਦਾ ਰਿਹਾ। ਸੀਥੀਅਨ ਯੂਨਾਨੀ ਤੇ ਦੋਵੇਂ ਰਲ ਮਿਲ ਕੇ ਬਣੇ ਹਿੰਦੀ ਰਾਜੇ ਰਾਜ ਕਰਦੇ ਰਹੇ। ਕਨਿਸ਼ਕ ਵਰਗੇ ਮਹਾਰਾਜੇ ਇੱਥੇ ਰਾਜ ਕਰ ਗਏ ਸਨ। ਚੀਨੀ ਮੁਸਾਫਿਰ ਦੱਸਦੇ ਹਨ ਕਿ ਇਹ ਗੰਧਾਰ ਦੇਸ਼ ਆਪਣੀ ਸਬਜ਼ੀ, ਫੁੱਲਾਂ, ਫਲਾਂ, ਪੈਦਾਵਾਰ, ਜੰਗਲਾਂ, ਬਾਗਾਂ, ਚਸ਼ਮਿਆਂ, ਠੰਡੀਆਂ ਛਾਵਾਂ ਕਰਕੇ ਅਤਿਅੰਤ ਸੁੰਦਰ ਦੇਸ਼ ਹੈ। ਭਾਵੇਂ ਅੱਜ ਕੱਲ੍ਹ ਵੀ ਭੂਮੀ ਧਨ ਉਪਜਾਊ ਹੈ, ਪਰ ਨਾ ਉਹ ਜੰਗਲ ਹਨ, ਨਾ ਬਾਗਾਤ, ਨਾ ਉਹ ਚਸ਼ਮੇ ਤੇ ਨਾ ਉਹ ਕੁਦਰਤੀ ਰੰਗ। ਮਹਿਮੂਦ ਗਜਨਵੀ ਨੇ ਇਸ ਇਲਾਕੇ ਨੂੰ ਤਬਾਹ ਕੀਤਾ। ਕੋਮਲ ਉਨਰਾਂ ਦੇ ਬਣੇ ਮੰਦਰ, ਖੂਬਸੂਰਤ ਟੋਪੇ, ਬੋਧੀ ਵਿਹਾਰੇ ਢਾਹ ਢੇਰੀ ਕਰ ਦਿੱਤੇ। ਕੁਝ ਸਮੇਂ ਤੱਕ ਹਿੰਦੂ ਦੁੱਖ, ਜ਼ੁਲਮਾਂ, ਕਤਲਾਂ ਝੱਲਦੇ ਨਿਭਦੇ ਰਹੇ, ਪਰ ਫਿਰ ਕਈ ਪਠਾਣੀ ਕੌਮਾਂ ਨੇ ਜ਼ਿਮੀਂਦਾਰੀ ਖੋਹਣੀ ਸ਼ੁਰੂ ਕੀਤੀ। ਸਹਿਜੇ ਸਹਿਜੇ ਸਭ ਹਿੰਦੂ ਤੇ ਬੁੱਧ ਨਿਸ਼ਾਨ ਗੁੰਮ ਹੋ ਗਏ। ਹਿੰਦੁਸਤਾਨੀ ਕਤਲ ਹੋ ਗਏ, ਮੁਸਲਮਾਨ ਹੋ ਗਏ ਜਾਂ ਅਟਕੋ ਉਰਾਰ ਟੁਰ ਗਏ।
ਕੇਵਲ ਪਿੰਡ ਦਾ ਹਟਵਾਣੀਆਂ ਮੁਸਲਮਾਨਾਂ ਵਿੱਚ ਰਹਿ ਗਿਆ ਜਾਂ ਮਗਰੋਂ ਫਿਰ ਕੋਈ ਜਾ ਵਸਿਆ। ਹੁਣ ਸਾਰਾ ਇਲਾਕਾ ਪਠਾਨੀ ਹੈ। ਹਿੰਦੂ ਸਿੱਖ ਵਸੋਂ ਬੜੀ ਘੱਟ ਹੈ। ਸਿੱਖਾਂ ਦੇ ਐਦ ਵੇਲੇ ਕੁਝ ਦੌਰ ਪਰਤਿਆ ਸੀ, ਪਰ ਉਹ ਰਾਜ ਛੇਤੀ ਹੀ ਸੁਪਨਾ ਹੋ ਗਿਆ। ਕੁਦਰਤ ਦੇ ਰੰਗ ਵੇਖੋ ਜਾਂ ਇਤਿਹਾਸ ਤੋਂ ਸਿੱਖ ਮਤ ਲਵੋ ਤਾਂ ਵਿਚਾਰ ਉਪਜਦੀ ਹੈ ਕਿ ਜਦ ਗੰਧਾਰ ਤੇ ਰਸਮ ਪ੍ਰਸਤ ਲੋਕੀ ਆਪੋ ਵਿੱਚ ਫਟ ਗਏ, ਤਦ ਸਨੇ ਸਨੇ ਪ੍ਰਤਾਪਸ਼ੀਲ ਹਿੰਦੂ ਤੇ ਬੋਧੀ ਵਾਸੀਆਂ ਦਾ ਪਾਣੀਏ ਵਰਗਿਆਂ ਨੂੰ ਜਨਮ ਦੇਣ ਵਾਲਾ ਇਲਾਕਾ ਬੋਧੀਆਂ ਦੀ ਭੀਮ ਦੇਵੀ ਬੁੱਧ ਜੀ ਦੀ ਸਮਾਧ ਤਖਤਬਾਹੀ ਦੇ ਵਿਦਿਆ ਆਸ਼ਰਮਾ ਪ੍ਰੋਸ਼ਾਪੁਰਾ ਪੁਸ਼ਕਰਾਵਤੇ ਪੋਲੂਸੁਤੇ ਊਦ ਬੰਦ ਵਰਗੇ ਪ੍ਰਤਾਪਸ਼ੀਲ ਸ਼ਹਿਰਾਂ ਤੇ ਭਾਰੀ ਮੰਡੀਆਂ ਵਾਲਾ ਦੇਸ਼, ਫਿਰ ਹਸਤ ਨਗਰ ਵਰਗੇ 8 ਘੁੱਗ ਵਸਦੇ ਨਗਰਾਂ ਤੇ ਹਜ਼ਾਰ ਹਾਂ ਟੋਪਾਂ ਤੇ ਮੰਦਰਾਂ ਵਾਲਾ ਇਲਾਕਾ ਉਹਨਾਂ ਲਈ ਪ੍ਰਦੇਸ਼ ਤੇ ਯਵਨ ਭੂਮੀ ਹੋ ਗਿਆ। ਜਿੱਥੇ ਸਾਰੇ ਹਿੰਦ ਦੇ ਲੋਕ ਤੀਰਥ ਯਾਤਰਾ ਨੂੰ ਜਾਇਆ ਕਰਦੇ ਸਨ, ਉੱਥੇ ਜਾਣਾ ਹਿੰਦੂਆਂ ਨੇ ਕਹਿ ਦਿੱਤਾ ਕਿ ਮੁਸਲਮਾਨ ਹੋਣ ਤਲ ਹੈ, ਅਟਕੋ ਪਾਰ ਗਿਆ ਸੋ ਹਿੰਦੂ ਨਾ ਰਿਹਾ। ਫਿਰ ਇਸ ਹਿੰਦੁਸਤਾਨੀ ਖਮੀਰ ਦੀ ਗਾਫਲਤਾਈ ਦੇ ਦਲਿੱਦਰ ਵੱਲ ਤੱਕੋ ਕਿ ਅੱਜ ਕਿਸੇ ਨੂੰ ਸੁਪਨੇ ਮਾਤਰ ਚੇਤਾ ਨਹੀਂ ਹੈ ਕਿ ਇਹ ਧਰਤੀ ਕੀ ਸੀ ਤੇ ਕੀ ਹੋ ਗਈ। ਜਿਸ ਕੌਮ ਵਿੱਚ ਕੌਮੀ ਪਿਆਰ ਨਹੀਂ ਰਹਿੰਦਾ ਤੇ ਫੋਟਾ ਵਸਦੀ ਹੈ, ਉਸ ਦਾ ਅੰਤ ਇਹੀ ਹੁੰਦਾ ਹੈ। ਪਾਠਕ ਜੀ, ਕੀ ਤੁਹਾਨੂੰ ਪਤਾ ਹੈ ਕਿ ਜਿੱਥੇ ਇਸ ਵੇਲੇ 4 ਸੱਦਾਂ ਤੇ ਪਰਾਗ ਦੇ ਪਿੰਡ ਹਨ, ਇੱਥੇ ਪੁਸ਼ਕਰਾਵਤੀ ਨਾਮੀ ਭਾਰੀ ਨਗਰ ਹੁੰਦਾ ਸੀ? ਕੀ ਆਪ ਨੂੰ ਪਤਾ ਹੈ ਕਿ ਜਿੱਥੇ ਅੱਜ ਕੱਲ੍ਹ ਸ਼ਾਹਬਾਜ਼ ਗੜੀ ਹੈ ਤੇ ਅਸ਼ੋਕ ਦਾ ਭਾਰੀ ਪੱਥਰ ਪਿਆ ਹੈ, ਇਸ ਦਾ ਨਾਮ ਕਦੇ ਵਰਸ਼ਾਪੁਰਾ ਤੇ ਪੋਲੂਸ਼ੂ ਸੀ। ਇਸ ਦੇ ਲਾਗ ਦੇ ਟਿੱਲੇ ਉੱਤੇ ਮੰਦਰ ਸਨ ਤੇ ਰਾਜਕੁਮਾਰ ਵਿਸ਼ਵਾਤਰਾ ਦੇ ਆਪਣੇ ਦੇਸ਼ ਨਿਕਾਲੇ ਦੇ ਦਿਨ ਕੱਟਣ ਦੀ ਇੱਥੇ ਕੰਦਰਾ ਹੈ ਸੀ। ਇੱਥੇ ਹੀ ਇਸ ਰਾਜਾ ਨੇ ਚਿੱਟਾ ਹਾਥੀ ਦਾਨ ਕਰ ਦਿੱਤਾ, ਫਿਰ ਰੱਥ ਦਾਨ ਕਰ ਦਿੱਤਾ, ਫਿਰ ਪੁੱਤਰ ਦਾਨ ਕਰ ਦਿੱਤੇ ਤੇ ਨਿਰਦਈ ਬ੍ਰਾਹਮਣ ਜੋ ਇਹ ਤਸੀਹੇ ਦੇ ਰਿਹਾ ਸੀ, ਉਹਨਾਂ ਬੱਚਿਆਂ ਨੂੰ ਮਾਰਦਾ ਹੈ ਤੇ ਖੂਨ ਟਪਕ ਕੇ ਧਰਤੀ ਲਾਲ ਹੋ ਜਾਂਦੀ ਹੈ। ਇਹਨਾਂ ਘਟਨਾਵਾਂ ਦੇ ਧਰਤੀ ਵਿੱਚੋਂ ਨਿਕਲੇ ਪੱਥਰਾਂ ਉੱਤੇ ਉਕਰੇ ਚਿੱਤਰ ਬ੍ਰਿਟਿਸ਼ ਅਜਾਇਬ ਘਰ ਵਿੱਚ ਪਏ ਹਨ ਤੇ ਉਸ ਦਾ ਉਤਾਰਾ ਕਲਕੱਤੇ ਦੇ ਅਜਾਇਬ ਘਰ ਵਿੱਚ ਪਿਆ ਹੈ। ਕਿਆ ਆਪ ਨੂੰ ਯਾਦ ਹੈ ਕਿ ਇਹ ਸ਼ਾਹਬਾਜ਼ ਗੜੀ ਕਦੇ ਜਦੋਂ ਆਪਣਾ ਨਾਮ ਪਲੋਸ਼ੂ ਸਦਾਉਂਦੀ ਸੀ, ਐਸੀ ਸੁੰਦਰ ਤੇ ਰਮਣੀਕ ਜਗ੍ਹਾ ਸੀ ਕਿ ਚੀਨੀ ਮੁਸਾਫਰ ਸੌਗਯੂਨ ਅੱਖੀ ਵੇਖ ਕੇ ਇਉਂ ਲਿਖਦਾ ਹੈ, ਖੁਸ਼ਨੁਮਾ ਚਸ਼ਮੇ ਤੇ ਸਵਾਦੀ ਫਲ ਇੱਥੇ ਉਹ ਹਨ ਜੋ ਧਰਮ ਪੁਸਤਕਾਂ ਵਿੱਚ ਲਿਖੇ ਹਨ। ਵਾਦੀਆਂ ਸੁਹਾਵਨੀਆਂ ਗਰਮ ਹਨ ਤੇ ਦਰਖਤ ਸਿਆਲੇ ਵੀ ਹਰੇ ਰਹਿੰਦੇ ਹਨ। ਠੰਡੀ ਹਵਾ ਝੁਲਦੀ ਹੈ, ਪੰਛੀ ਗਾਉਂਦੇ ਹਨ ਤੇ ਤ੍ਰਿਤੀਆਂ ਫੁੱਲਾਂ ਦੇ ਫਰਸ਼ਾਂ ਤੇ ਝੂਮਦੀਆਂ ਹਨ। ਕੀ ਤੁਸਾਂ ਨੂੰ ਯਾਦ ਹੈ ਕਿ ਕੋਲ ਖੜੇ ਕੜਾਮਾਰ ਪਹਾੜ ਦਾ ਨਾਮ ਭੀਵ ਦੇਵੀ ਪਰਬਤ ਸੀ, ਜਿੱਥੇ ਸਾਰਾ ਹਿੰਦ ਅਮਰਨਾਥ ਦੇ ਮੰਦਰ ਵਾਂਗੂ ਯਾਤਰਾ ਕਰਨ ਆਇਆ ਕਰਦਾ ਸੀ? ਇਸ ਦੇ ਪੂਰਬਲੇ ਦਾਮਨ ਹੇਠ ਜੋ ਸੇਵਾ ਪਿੰਡ ਹੈ, ਕੀ ਆਪ ਨੂੰ ਯਾਦ ਹੈ ਕਿ ਇੱਥੇ ਭਾਰੀ ਸ਼ਿਵ ਮੰਦਰ ਸੀ ਅਰ ਸ਼ਿਵ ਤੋਂ ਹੀ ਹੁਣ ਤੱਕ ਸ਼ਿਵਾ ਨਾਮ ਜਾਰੀ ਹੈ। ਇਸ ਤਰ੍ਹਾਂ ਗੰਧਾਰ ਵਿੱਚ ਹੁਣ ਜੋ ਢੇਰੀਆਂ ਪਈਆਂ ਹਨ, ਜੈਸੇ ਪਰੀਅਨ ਢੇਰੀ, ਸਰਾਏ ਪਖੋ ਢੇਰੀ, ਸ਼ਾਹ ਜੀ ਕੀ ਢੇਰੀ ਤੇ ਹੋਰ ਨਾਮ ਸਦਾਂਦੀਆਂ ਹਨ, ਪੁਰਾਣੇ ਮੰਦਰਾਂ, ਬੁੱਧ ਸਥਾਨਾਂ ਤੇ ਸ਼ਹਿਰਾਂ ਦੇ ਖੰਡਰ ਹਨ। ਨਹੀਂ, ਖੰਡਰ ਵੀ ਢਹਿ ਢੇਰੀ ਹੋ ਚੁੱਕੇ ਤੇ ਢੇਰੀਆਂ ਹੀ ਰਹਿ ਗਈਆਂ ਹਨ। ਬਾਲਾ ਹਿਸਾਰ ਦਾ ਉੱਚਾ ਥਾਂ, ਜਿਸ ਤੋਂ ਕਦੇ ਖਾਲਸਾ ਜੀ ਆਪਣੇ ਰਾਜ ਸਮੇਂ ਕਿਲੇ ਦਾ ਕੰਮ ਲੈਂਦੇ ਰਹੇ, ਬੁੱਧ ਜੀ ਦੇ ਅੱਖੀਆਂ ਦਾਨ ਕਰਨ ਦਾ ਇੱਕ ਅਦੁੱਤੀ ਮੰਦਰ ਸੀ। ਫਾਹੀਆਨ ਚੀਨੀ ਮੁਸਾਫਿਰ ਲਿਖਦਾ ਹੈ ਕਿ ਇਹ ਚਾਂਦੀ ਅਰ ਸੋਨੇ ਨਾਲ ਜੜਤ ਸੀ। ਸਮੇਂ ਨੇ ਕਿਸ ਤਰ੍ਹਾਂ ਚਾਦਰਾਂ ਵਲੇਟੀਆਂ ਹਨ। ਹਿੰਦੂ ਪ੍ਰਤਾਪ ਦੇ ਸਮੇਂ ਦਾ ਕੋਈ ਮੁਸ਼ਕ ਨਹੀਂ, ਬੁੱਧ ਸਮੇਂ ਦੇ ਪ੍ਰਤਾਪ ਦਾ ਸਿਵਾਏ ਢੇਰੀਆਂ ਦੇ ਕੋਈ ਵਜੂਦ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਇੱਥੇ ਕਦੇ ਸਿਵਾਏ ਯੂਸਫ ਜਈ ਤੇ ਹੋਰ ਪਠਾਨਾਂ ਦੇ ਕੋਈ ਵਸਦਾ ਹੀ ਨਹੀਂ ਸੀ, ਤੇ ਜੋ ਪਿੰਡਾਂ ਵਿੱਚ ਟਾਵੇਂ ਹਿੰਦੀ ਦਿਸਦੇ ਹਨ, ਮੁਸਾਫਿਰ ਲੱਗਦੇ ਹਨ, ਮਾਨੋ ਇਹਨਾਂ ਨੂੰ ਪਠਾਨ ਜ਼ਮੀਂਦਾਰ ਆਪਣੇ ਸ਼ਾਹੂਕਾਰੇ ਤੇ ਲੇਖੇ ਪੱਤੇ ਦੇ ਕੰਮਾਂ ਲਈ ਲੋੜ ਦੇ ਕਾਰਨ ਰੱਖਦੇ ਆਏ ਹਨ, ਜਾਂ ਉਹ ਲੋਕ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਸੇ ਸਨ। ਹਿੰਦੁਸਤਾਨ ਦਾ ਹਰ ਫਤਿਹ ਕਰਨ ਵਾਲਾ ਇਸੇ ਰਸਤੇ ਆਇਆ, ਆਰੀਏ ਆਪ ਇਸੇ ਰਸਤੇ ਆਏ, ਸਿਕੰਦਰ ਇਸੇ ਰਸਤੇ ਆਇਆ, ਸੀਥੀਅਨ ਤੇ ਹੋਰ ਯਵਨ ਤੇ ਅਸੁਰ ਇਸੇ ਰਾਹ ਆਏ, ਅੰਤ ਅਫਗਾਨ ਤੇ ਮੁਗਲ ਇਸੇ ਰਾਹ ਆਏ ਤੇ ਇਹ ਗੰਧਾਰ ਦੀ ਧਰਤੀ ਦਰਵਾਜ਼ਾ ਹੋਣ ਕਰਕੇ ਸਭ ਤੋਂ ਵਧੇਕ ਉਤਰਾ ਚੜ੍ਹਾ ਦੇਖਦੀ ਤੇ ਉਜੜਦੀ ਵਸਦੀ ਰਹੀ। ਸ਼ਾਹਬਾਜ਼ ਗੜੇ ਰਾਜਾ ਅਸ਼ੋਕ ਦਾ ਇੱਕ ਪੱਥਰ ਪਿਆ ਹੈ, ਜਿਸ ਪਰ ਉਹਨਾਂ ਦਾ ਇੱਕ ਹੁਕਮਨਾਮਾ ਉਕਰਿਆ ਪਿਆ ਹੈ। ਅਸਲ ਵਿੱਚ ਇਹੀ ਪੰਜਾਬ ਦਾ ਪੁਰਾਣਾ ਰਸਤਾ ਸੀ। ਹਿੰਦੂ ਤੇ ਬੋਧੀ ਸਮੇਂ ਪਹਾੜਾਂ ਦੇ ਲਾਗ ਸ਼ਾਹੀ ਸੜਕ ਜਾਂਦੀ ਸੀ।
ਕਿਉਂਕਿ ਇਹਨਾਂ ਥਾਵਾਂ ਤੇ ਦਰਿਆਵਾਂ ਦੇ ਪਾੜ ਛੋਟੇ ਹੁੰਦੇ ਸਨ, ਪਾਰ ਹੋਣਾ ਸੌਖਾ ਹੁੰਦਾ ਸੀ। ਜੇ ਕਦੇ ਕੋਈ ਜਮਨਾ ਕਿਨਾਰੇ ਕਾਲਸੀ ਦੇ ਕੋਲ ਵਾਰ ਪਿਆ, ਅਸ਼ੋਕ ਰਾਜਾ ਦਾ ਪੱਥਰ ਤੇ ਇੱਥੇ ਸ਼ਾਹਬਾਜ਼ ਗੜੇ ਪਿਆ ਅਸ਼ੋਕ ਪੱਥਰ ਆਪ ਤੱਕ ਲਵੇ, ਤਾਂ ਉਹ ਸਮਝ ਸਕਦਾ ਹੈ ਕਿ ਪਹਾੜਾਂ ਦੇ ਪੈਰਾਂ ਦੇ ਲਾਗ-ਲਾਗ ਸ਼ਾਹ ਰਾਹ ਜਾਂ ਵੱਡੀ ਸੜਕ ਇਸੇ ਲੀਕੇ ਟੁਰੀ ਜਾਂਦੀ ਹੋਊ, ਕਿਉਂਕਿ ਮਹਾਰਾਜਿਆਂ ਦੇ ਫਰਮਾਨ ਸ਼ਾਹੀ ਰਾਹਾਂ ਤੇ ਹੀ ਲਾਏ ਜਾਂਦੇ ਹਨ। ਲਗਭਗ ਉਸੇ ਲੀਕੇ ਰਾਹੇ ਜਾਣ ਦਾ ਸੰਕਲਪ ਧਾਰ ਕੇ ਸਾਡਾ ਇਹ ਦਲੇਰ ਜੱਥਾ ਟੁਰਿਆ ਸੀ। ਅੜਕ ਦੇ ਕਿਲੇ ਪਾਸੋਂ ਲੰਘਣ ਦੀ ਮਨਸ਼ਾ ਨਹੀਂ ਸੀ, ਉੱਥੇ ਮਰਹੱਟੇ ਸੁਣੀਂਦੇ ਸਨ, ਇਸ ਕਰਕੇ ਉੱਤੋਂ ਟੁਰਦੇ ਗਏ। ਜਦੋਂ ਇਹ ਸਿੰਧ ਦੇ ਕਿਨਾਰੇ ਅੱਪੜੇ ਤਾਂ ਇਹਨਾਂ ਨੂੰ ਹੇਠਾਂ ਵਾਰ ਕੁਛ ਦੂਰੀ ਤੇ ਐਨ ਦਰਿਆ ਦੇ ਕਿਨਾਰੇ ਕੁਛ ਆਦਮੀਆਂ ਦਾ ਝੁੰਡ ਜਿਹਾ ਦਿਸਿਆ ਤੇ ਕੁਛ ਗਾਉਣ ਦੀ ਆਵਾਜ਼ ਆਈ। ਜਸਵੰਤ ਸਿੰਘ ਨੇ ਸਿਆਣ ਕਰ ਲਈ ਕਿ ਇਹ ਸਿੱਖਾਂ ਦਾ ਸਮਾਗਮ ਹੈ। ਉਸਦੇ ਚਿੱਤ ਆਈ ਕਿ ਆਗਾ ਖਾਨ ਨੂੰ ਸਿੱਖਾਂ ਦੇ ਕੀਰਤਨ ਦਾ ਇਹ ਨਜ਼ਾਰਾ ਦਿਖਾਵੇ, ਸੋ ਉੱਪਰ ਵਾਰ ਡੇਰਾ ਕਰ ਦਿੱਤਾ ਤੇ ਨੌਕਰ ਘੱਲਿਆ ਕਿ ਸਿਉਂ ਲਿਆਵੇ ਉੱਥੇ ਕੀ ਹੈ। ਉਹ ਪਤਾ ਲਿਆਇਆ ਕਿ 10-20 ਸਿੱਖਾਂ ਸਿੰਘਣੀਆਂ ਦਾ ਦੀਵਾਨ ਸਜ ਰਿਹਾ ਹੈ, ਵਿੱਚ ਕੜਾਹ ਪ੍ਰਸ਼ਾਦ ਦੀ ਪ੍ਰਾਂਤ ਧਰੀ ਹੈ ਤੇ ਸਾਰੇ ਕੀਰਤਨ ਕਰ ਰਹੇ ਹਨ। ਥੋੜੀ ਜਿਹੀ ਸਲਾਹ ਦੇ ਮਗਰੋਂ ਲੱਦਾ ਸਿੰਘ ਤੇ ਨੌਕਰ ਤੇ ਸਾਈਂ ਡੇਰੇ ਰਹੇ, ਪਰ ਜਸਵੰਤ ਸਿੰਘ ਸਿੱਖੀ ਲਿਬਾਸ ਪਹਿਨ ਕੇ ਔਰ ਆਗਾ ਖਾਨ ਨੂੰ ਵੀ ਪਹਿਲੀ ਵੇਰ ਸਿੱਖੀ ਲਿਬਾਸ ਪਹਿਨਾ ਕੇ ਦੀਵਾਨ ਵਿੱਚ ਜਾ ਬੈਠੇ। ਸਿੰਘਾਂ ਨੇ ਇੱਕ ਸਿੰਘ ਤੇ ਦੂਏ ਨੂੰ ਸਹਿਜਧਾਰੀ ਸਮਝ ਕੇ ਆਦਰ ਦਿੱਤਾ। ਸ਼ਬਦ ਕੀਰਤਨ ਦੇ ਮਗਰੋਂ ਅਰਦਾਸਾ ਹੋਇਆ। ਅਰਦਾਸੇ ਤੋਂ ਜਸਵੰਤ ਸਿੰਘ ਨੂੰ ਪਤਾ ਲੱਗਾ ਕਿ ਮਾਮਲਾ ਇਹ ਹੈ ਕਿ ਕਿਸੇ ਇੱਕ ਤੁਰਕਾਨੀ ਹਮਲੇ ਦੀ ਵਾਪਸੀ ਪਰ ਲੁੱਟ-ਮਾਰ ਦੇ ਮਾਲ ਦੇ ਨਾਲ ਕਈ ਬੇੜੀਆਂ ਹਿੰਦੂ ਕੈਦੀਆਂ ਦੀਆਂ ਇੱਥੋਂ ਪਾਰ ਹੋ ਰਹੀਆਂ ਸਨ, ਕਿ ਉਹਨਾਂ ਵਿੱਚ ਇੱਕ ਸਿੱਖ ਕੰਨਿਆ ਵੀ ਹੱਥ ਪੈਰ ਬੰਦੀ ਹੋਈ ਜਾ ਰਹੀ ਸੀ। ਇਹ ਲੜਕੀ ਰਸਤੇ ਵਿੱਚ ਸਭਨਾਂ ਨੂੰ ਉਦਮ ਦਾ ਉਪਦੇਸ਼ ਦਿੰਦੀ ਸੀ। ਮਰਦ ਤੀਵੀਂ ਸਭ ਨੂੰ ਕਹਿੰਦੀ ਸੀ ਕਿ ਚੁੱਪਚਾਪ ਬੱਕਰੀਆਂ ਵਾਂਗੂ ਆਪਣੇ ਕਸਾਈ ਦੇ ਮਗਰ ਕਿਉਂ ਜਾ ਰਹੀਆਂ ਹੋ, ਕਿਉਂ ਨਹੀਂ ਅੜਦੇ ਲੜਦੇ ਮਰਦੇ ਮਾਰਦੇ, ਗੁਲਾਮੀ ਵਿੱਚ ਜਾ ਰਹੇ ਹੋ। ਗੁਲਾਮੀ ਦਾ ਜੀਵਨ ਮੌਤ ਤੋਂ ਬੁਰਾ ਸਿਰੇ ਆ ਰਿਹਾ ਹੈ, ਉਸ ਜੀਵਨ ਦਾ ਕੀ ਲਾਭ ਹੈ? ਲੜਨ ਨਾਲ ਮੌਤ ਹੈ, ਸੋ ਉਹ ਮੌਤ ਜੋ ਖੁੱਲ੍ਹ ਲਈ ਆ ਜਾਵੇ ਉਸ ਜੀਵਨ ਤੋਂ ਜੋ ਗੁਲਾਮੀ ਵਿੱਚ ਬੀਤੇ ਸ਼੍ਰੇਸ਼ਟ ਹੈ। ਇਹ ਉਪਦੇਸ਼ ਕਦੇ ਅਸਰ ਕਰਦਾ ਸੀ ਅਰ ਕੈਦੀ ਵਿਟਰ ਖੜੋਂਦੇ ਤੇ ਕੈਦ ਪਾਉਣ ਵਾਲੇ ਜਰਵਾਣਿਆਂ ਨਾਲ ਟੱਕਰ ਹੋ ਜਾਂਦੀ ਸੀ। ਕਦੇ ਮਰਦੇ ਫਟੀਂਦੇ, ਪਰ ਕੈਦ ਪਾਉਣ ਵਾਲੇ ਵੀ ਕਈ ਜ਼ਖਮੀ ਹੁੰਦੇ, ਕਦੇ ਕੋਈ ਮਰ ਵੀ ਜਾਂਦਾ। ਅੰਤ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਕੈਦੀਆਂ ਵਿੱਚ ਇੱਕ ਸਿੱਖ ਕੁੜੀ ਹੈ। ਅਸੀਂ ਜਾਲ ਫਾਹੀਆਂ ਮੱਛੀਆਂ ਦੇ ਢੇਰ ਵਿੱਚ ਇੱਕ ਮਗਰਮੱਛ ਦਾ ਬੱਚਾ ਵੀ ਲਿਜਾ ਰਹੇ ਹਾਂ। ਸੋ ਉਹ ਉਸ ਪਰ ਕਰੜਾਈ ਬਹੁਤ ਕਰਦੇ ਸੈਂ ਤੇ ਉਸਦੇ ਹੱਥ ਪੈਰ ਬੰਨ੍ਹ ਦਿੱਤੇ ਸੈਂ। ਹੁਣ ਇੱਥੋਂ ਕੁ ਵਾਰ ਅੱਪੜ ਕੇ ਸਲਾਹ ਠਹਿਰੀ ਕਿ ਇਸ ਨੂੰ ਇੱਥੇ ਹੀ ਮੁਸਲਮਾਨ ਬਣਾ ਲਈਏ। ਸੋ ਉਸ ਨੂੰ ਹੁਕਮ ਦਿੱਤਾ ਗਿਆ, ਪਰ ਉਸਨੇ ਨਾ ਮੰਨਿਆ। ਕਾਜੀ ਆਇਆ, ਬਹਿਸ ਛਿੜੀ। ਉਸ ਨਿਰਭੈ ਕੁਮਾਰੀ ਨੇ ਉਹ ਸੁਣਾਈਆਂ ਕਿ ਜਰਵਾਣਿਆਂ ਤੋਂ ਕੁਛ ਬਣ ਨਾ ਪਈ। ਛੇਕੜ ਨੌਬਤ ਮਾਰ ਕੁਟਾਈ ਤੇ ਅੱਪੜੀ। ਜਦ ਕੁਛ ਪੇਸ਼ ਨਾ ਗਈ ਤਦ ਜ਼ਾਲਮਾਂ ਨੇ ਕੰਨਿਆ ਚਾਹ ਕੇ ਦਰਿਆ ਵਿੱਚ ਸੁੱਟ ਦਿੱਤੀ। ਉਹ ਸੂਰਮਿਆਂ ਦੀ ਵੰਸ਼ ਬੀਰਾ ਖਲਾਸੀ ਪਾ ਗਈ। ਸਰੀਰ ਦੀ ਕੈਦ ਤੋਂ ਤੇ ਜਰਵਾਣਿਆਂ ਦੀ ਬੰਦ ਤੋਂ ਸੁਖੀ ਤੇ ਸੁਤੰਤਰ ਗਈ ਸਾਈਆਂ ਜੀ ਦੇ ਦੇਸ਼। ਕੈਦ ਪਾਉਣ ਵਾਲੇ ਤੇ ਕੈਦੀ ਪਿਸ਼ਾਵਰ ਨੂੰ ਟੁਰ ਗਏ ਅਤੇ ਸਾਰਾ ਮਾਜਰਾ ਉੱਥੇ ਉਸ ਇਲਾਕੇ ਵਿੱਚ ਪ੍ਰਸਿੱਧ ਹੋ ਗਿਆ। ਇਲਾਕੇ ਦੇ ਸਿੱਖਾਂ ਨੇ, ਜੋ ਦੂਰ ਨੇੜੇ ਬਹੁਤ ਸਨ, ਇਹ ਖਬਰ ਸੁਣ ਪਾਈ ਤੇ ਇੱਥੇ ਇਕੱਠੇ ਹੋਏ। ਲੋਥ ਤਾਂ ਕੀ ਲੱਭਣੀ ਸੀ, ਪਰ ਕੜਾਹ ਪ੍ਰਸ਼ਾਦ ਕੀਤਾ ਤੇ ਬੀਬੀ ਦਾ ਅਰਦਾਸਾ ਸੋਧਿਆ। ਤਦ ਤੋਂ ਹਰ ਸਾਲ ਨੇੜੇ ਤੇੜੇ ਦੇ ਸਿੰਘ ਇੱਥੇ ਇਸੇ ਥਾਂ ਤੇ ਇਕੱਠੇ ਹੋ ਕੇ ਕੀਰਤਨ ਕਰਦੇ ਤੇ ਕੜਾਹ ਪ੍ਰਸ਼ਾਦ ਵਰਤਾਉਂਦੇ ਤੇ ਬੀਬੀ ਦਾ ਅਰਦਾਸਾ ਸੋਧਦੇ ਸੈਂ। ਭਾਵੇਂ ਜਦੋਂ ਖਬਰ ਮਿਲੀ ਸੀ, ਬੀਬੀ ਦੇ ਨਾਮ ਗ੍ਰਾਮ ਦਾ ਪਤਾ ਨਹੀਂ ਸੀ, ਕੇਵਲ ਦੇਸ਼ ਦੇ ਪਠਾਨਾਂ ਪਾਸੋਂ ਇਸ ਸਿੱਖ ਕੰਨਿਆਂ ਦੇ ਸਾਕੇ ਦੀ ਕਥਾ ਸੁਣ ਪਾਈ ਸੀ, ਪਰ ਪੰਥ ਦੇ ਢੁੰਡਾਊ ਫਕੀਰ ਸੂਈਆਂ ਦੀ ਪੜਤਾਲ ਤੇ ਵੇਰਵੇ ਮੇਲਣ ਤੋਂ ਹੁਣ ਤੱਕ ਪਤਾ ਨਿਕਲ ਚੁੱਕਾ ਹੈ ਕਿ ਇਹ ਕੰਨਿਆ ਕੜਥਲ ਦੇ ਕਿਸੇ ਉੱਘੇ ਘਰਾਣੇ ਵਿੱਚੋਂ ਸੀ, ਜੋ ਸਿੱਖੀ ਸਿਦਕ ਵਿੱਚ ਪੂਰਾ ਸੀ। ਇਸ ਦੇ ਪਿਤਾ ਜੀ ਹੀ ਸਿੰਘ ਸਜੇ ਸਨ ਤੇ ਕਿਸੇ ਜੰਗ ਵਿੱਚ ਸ਼ਹੀਦ ਹੋਏ ਸਨ। ਮਾਂ ਤੇ ਕੰਨਿਆ ਆਪਣੇ ਗਿਰਾਂ ਤੋਂ ਗੁਜਰਾਤ ਸ਼ਹਿਰ ਕਿਸੇ ਮਕਾਨ ਜਾ ਰਹੀਆਂ ਸਨ ਕਿ ਲੰਘ ਰਹੇ ਪਠਾਨੀ ਦਲ ਦੇ ਇਹ ਕੰਨਿਆ ਕਿਸੇ ਤਰ੍ਹਾਂ ਕਾਬੂ ਆ ਗਈ ਅਰ ਕੈਦੀਆਂ ਦੇ ਦਲ ਵਿੱਚ ਸ਼ਾਮਿਲ ਕੀਤੀ ਗਈ। ਇਸ ਕੰਨਿਆ ਦੇ ਇਤਨੇ ਲਫ਼ਜ਼ ਸਿੰਘਾਂ ਨੇ ਜਸਵੰਤ ਸਿੰਘ ਨੂੰ ਦੱਸੇ ਕਿ ਸਾਡੇ ਇਲਾਕੇ ਦੇ ਪਠਾਨ ਕਹਿੰਦੇ ਹਨ ਕਿ ਆਪਣੇ ਸਾਥੀ ਕੈਦੀਆਂ ਨੂੰ ਕਹਿੰਦੀ ਹੁੰਦੀ ਸੀ ਕਿ ਹੋਰ ਕੁਛ ਨਹੀਂ ਸਰਿਆ, ਜੇ ਤਾਂ ਛਾਲਾ ਮਾਰ ਕੇ ਡੁੱਬ ਹੀ ਮਰੋ। ਸਤਲੁਜ, ਬਿਆਸ, ਰਾਵੀ, ਚਨਾਨ, ਜੇਹਲਮ, ਸਿੰਧ, ਲੁੰਡਾ 7 ਦਰਿਆ ਰਸਤੇ ਵਿੱਚ ਪੈਂਦੇ ਹਨ। ਆਗਾ ਖਾਨ ਦੇ ਦਿਲ ਵਿੱਚ ਇਹ ਹਾਲ ਸੁਣ ਕੇ ਗੱਚ ਚੜੇ ਤੇ ਆਪਣੀ ਮਾਂ ਦੀ ਕੈਦ ਤੇ ਆਪਣੇ ਕੁੱਛੜ ਕੈਦ ਵਿੱਚ ਜਾਣ ਦੇ ਨਕਸ਼ੇ ਅੱਖਾਂ ਅੱਗੇ ਫਿਰਨ। ਵਲਵਲੇ ਦਾ ਜੋਸ਼ ਉੱਠੇ ਤੇ ਬੇਵਸਾ ਹੱਥ ਤਲਵਾਰ ਦੀ ਮੁੱਠ ਤੇ ਪਵੇ, ਪਰ ਅੱਗੇ ਸਾਰੇ ਵੀਰ ਭਰਾ ਵੇਖ ਕੇ ਹੱਥ ਠਿਠੰਬਰ ਤੇ ਖੂਨ ਸਰਦੀ ਖਾਵੇ।
ਇਸ ਤਰ੍ਹਾਂ ਜੋਸ਼ ਉੱਠਦਾ ਠਰਦਾ ਨੀਵਾਂ ਹੋ ਆਇਆ। ਫਿਰ ਸਿੱਖੀ ਪਿਆਰ ਦਾ ਨਕਸ਼ਾ ਨੈਣੀ ਨੀਰ ਲੈ ਆਇਆ। ਆਖੇ, ਵਾਹ ਓਏ ਦਾਤਿਆ, ਐਸੀ ਸੂਰਮਾ ਕੌਮ ਬਣਾਉਣ ਵਾਲਿਆ ਤੂੰ ਧੰਨ ਹੈ। ਇੱਕ ਕੈਦ ਪਈ, ਜਾਣੀ ਨਾ ਪਛਾਣੀ ਨਾ, ਅੱਖੀਂ ਡਿੱਠੀ ਨਾ, ਸ਼ਹੀਦ ਹੋਈ ਸੁਣ ਕੇ ਲੋਕ ਹਰ ਸਾਲ ਇਕੱਠੇ ਹੁੰਦੇ, ਕੀਰਤਨ ਕਰਦੇ ਤੇ ਉਸ ਲਈ ਅਰਦਾਸਾਂ ਸੋਧਦੇ ਹਨ। ਇਹ ਕੌਮ ਹੈ ਕਿ ਇੱਕ ਪਰਿਵਾਰ ਹੈ? ਇਹ ਇੱਕ ਮਜ਼ਹਬ ਹੈ ਕਿ ਇੱਕ ਕੁਟੁੰਬ ਹੈ? ਕੈਸਾ ਪਿਆਰ ਦਾ ਨਕਸ਼ਾ ਹੈ, ਕੈਸਾ ਮੁਹੱਬਤ ਦਾ ਚਿੱਤਰ ਹੈ। ਸ਼ੁਕਰ ਹੈ ਕਿ ਮੇਰੀਆਂ ਰਗਾਂ ਵਿੱਚ ਇਹੋ ਪਵਿੱਤਰ ਖੂਨ ਹੈ। ਸ਼ੁਕਰ ਹੈ ਕਿ ਇਸੇ ਪਵਿੱਤਰ ਖੂਨ ਨੇ ਮੈਨੂੰ ਆਪਣਿਆਂ ਵਿੱਚ ਖਿੱਚ ਲਿਆ ਹੈ। ਸ਼ੁਕਰ ਹੈ ਕਿ ਸਿੱਖ ਖੂਨ ਸਿੱਖੀ ਵੱਲ ਆਇਆ ਹੈ, ਪਰ ਓਪਰੇ ਖੂਨ ਵਿੱਚ ਰਲ ਕੇ ਜ਼ੁਲਮ ਤੇ ਧੱਕੇ ਵੱਲ, ਕੈਦ ਪਾਉਣ ਤੇ ਤਬਾਹ ਕਰਨ ਵੱਲ ਨਹੀਂ ਗਿਆ। ਕੜਾਹ ਪ੍ਰਸ਼ਾਦ ਦਾ ਗੱਫਾ ਲੈ ਕੇ ਔਰ ਆਪਣੇ ਵਤਨੀ ਭਰਾਵਾਂ ਦੇ ਪਹਿਲੇ ਦਿਸੇ ਇਕੱਠ ਦੇ ਪਹਿਲੇ ਦਰਸ਼ਨ ਕਰਕੇ ਆਗਾ ਖਾਨ ਖਿੜ ਗਿਆ। ਸਾਰੇ ਸਿੱਖ ਉਸ ਨੂੰ ਜੱਫੀਆਂ ਪਾ ਪਾ ਕੇ ਮਿਲੇ। ਸਤਵੰਤ ਕੌਰ ਨੇ, ਜੋ ਸਿੱਖਾਂ ਦੇ ਸੁਭਾਅ ਦੀ ਵਾਕਿਫ ਸੀ, ਆਪਣੇ ਅਫਗਾਨਿਸਤਾਨੋਂ ਟੁਰ ਉਥੋਂ ਤਾਈ ਦੇ ਅਪੜਨ ਮਾਤਰ ਦੇ ਅਤ ਸੰਖੇਪ ਜਿਹੇ ਹਾਲ ਦੱਸੇ, ਜਿਸ ਤੋਂ ਸਾਰੇ ਗਦਗਦ ਹੋਏ। ਸਤਵੰਤ ਕੌਰ ਨੂੰ ਰਤਾ ਭੈ ਨਹੀਂ ਸੀ ਕਿ ਅਸਾਂ ਆਪਣੇ ਮੋਟੇ-ਮੋਟੇ ਹਾਲ ਕਿਉਂ ਦੱਸ ਦਿੱਤੇ ਹਨ, ਕਿਉਂਕਿ ਉਹ ਜਾਣਦੀ ਸੀ ਕਿ ਇਹ ਸਿੱਖ ਹਨ, ਅਸੀਂ ਸਿੱਖ ਹਾਂ, ਸਾਡਾ ਇਹਨਾਂ ਦਾ ਭੇਤ ਸਾਂਝਾ ਹੈ। ਜੋ ਬਾਤ ਇਹਨਾਂ ਨੂੰ ਪਤਾ ਹੈ, ਸਿੱਖੀ ਮੰਡਲ ਤੋਂ ਬਾਹਰ ਨਹੀਂ ਜਾਏਗੀ। ਸਿੱਖ ਕੌਮ ਵਿੱਚ ਇਸ ਸਮੇਂ ਕੋਈ ਸਿੱਖ ਤੁਰਕ ਕੌਮ ਦਾ ਸੂਈਆ ਬਣ ਕੇ ਆਪਣੀ ਕੌਮ ਦੇ ਉਹਨਾਂ ਨੂੰ ਭੇਤ ਦੱਸਣ ਦਾ ਕੰਮ ਨਹੀਂ ਸੀ ਕਰਦਾ, ਪਰੰਤੂ ਫਿਰ ਵੀ ਸਤਵੰਤ ਕੌਰ ਨੇ ਆਪਣੇ ਕੰਨਿਆ ਹੋਣ ਦਾ ਔਰ ਆਗਾ ਖਾਨ ਦੇ ਸ਼ਤਰੂਜੀਤ ਸਿੰਘ ਦੇ ਪੁੱਤਰ ਹੋਣ ਦਾ ਹਾਲ ਤੇ ਹੋਰ ਵੇਰਵੇ ਦੱਸਣੋਂ ਸੰਕੋਚ ਹੀ ਰੱਖਿਆ, ਕਿਉਂਕਿ ਆਪਣਾ ਭੇਤ ਤਾਂ ਉਹ ਹਜੇ ਤੱਕ ਲੁਕਾਈ ਰੱਖਣਾ ਹੀ ਯੋਗ ਸਮਝਦੀ ਸੀ। ਧੰਨਵਾਦ।